ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਚਰਚਾ ਦੇ ਵਿੱਚ। 27 ਸਤੰਬਰ ਨੂੰ ਅਸੀਂ ਮਨਾਇਆ ਹੈ ਸ਼ਹੀਦ ਆਜ਼ਮ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਔਰ ਅੱਜ 3-4 ਦਿਨ ਹੋ ਚੁੱਕੇ ਨੇ ਇਸ ਜਨਮ ਦਿਵਸ ਨੂੰ ਤੇ ਅੱਜ ਅਸੀਂ ਭਗਤ ਸਿੰਘ ਜੀ ਦੇ ਉੱਤੇ ਇਹ ਵਿਸ਼ੇਸ਼ ਪ੍ਰੋਗਰਾਮ ਕਰ ਰਹੇ ਹਾਂ। ਕਾਰਨ ਲੋਕ ਇਸ ਤਰ੍ਹਾਂ ਮਨਾਉਂਦੇ ਨੇ ਕਿ ਉਹਨਾਂ ਦਾ ਜਨਮ ਦਿਵਸ ਮਨਾਇਆ, ਉਹਨਾਂ ਦਾ ਸ਼ਹੀਦੀ ਦਿਵਸ ਮਨਾਇਆ, ਪੂਰੇ ਸਾਲ ਦੇ ਵਿੱਚ ਸਿਰਫ 2 ਵਾਰ ਉਹਨਾਂ ਨੂੰ ਯਾਦ ਕੀਤਾ ਤੇ ਬਾਕੀ ਦਿਨ। ਪਰ ਅਸੀਂ ਇੱਕ ਨਵੀਂ ਪਿਰਤ ਪਾਉਣ ਲੱਗੇ ਹਾਂ, ਇੱਕ ਨਵੀਂ ਰਿਵਾਇਤ ਸ਼ੁਰੂ ਕਰਨ ਲੱਗੇ ਹਾਂ ਕਿ ਹਰ ਦਿਨ ਤੁਸੀਂ ਭਗਤ ਸਿੰਘ ਨੂੰ ਯਾਦ ਕਰ ਸਕਦੇ ਹੋ, ਹਰ ਦਿਨ ਤੁਸੀਂ ਉਹਨਾਂ ਨੂੰ ਸ਼ਰਧਾਂਜਲੀ ਦੇ ਸਕਦੇ ਹੋ, ਕਿਉਂਕਿ ਭਗਤ ਸਿੰਘ ਹਰ ਵੇਲੇ ਰੈਲੇਵੈਂਟ ਹੈ। ਤੁਸੀਂ ਕਿਸੇ ਵਕਤ ਵੀ ਭਗਤ ਸਿੰਘ ਦੀ ਗੱਲ ਕਰ ਸਕਦੇ ਹੋ। ਦੁਨੀਆ ਦੇ ਵਿੱਚ, ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਕਿਤੇ ਵੀ ਕੋਈ ਵੀ ਘਟਨਾ ਹੋਵੇ ਉਸ ਨੂੰ ਭਗਤ ਸਿੰਘ ਦੇ ਨਜ਼ਰੀਏ ਤੋਂ ਵੇਖ ਸਕਦੇ ਹੋ, ਐਨਾਲਾਈਜ਼ ਕਰ ਸਕਦੇ ਹੋ। ਭਗਤ ਸਿੰਘ ਦਾ ਦ੍ਰਿਸ਼ਟੀਕੋਣ ਮੈਟਰ ਕਰਦਾ ਸਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ। ਨੌਜਵਾਨ, ਇੱਕ ਬ੍ਰਿਲੀਅੰਟ, ਇੱਕ ਦੇਸ਼ ਦੇ ਪ੍ਰਤੀ ਬਿਲਕੁਲ ਡੈਡੀਕੇਟਿਡ ਇੱਕੋ ਪਰਸਨੈਲਿਟੀ ਜਿਸ ਦਾ ਫੋਕਸ ਇੰਨਾ ਜ਼ਿਆਦਾ ਤਗੜਾ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਨਾ ਕਿ ਮਾਈਂਡ ਫੋਕਸ ਕਰਨਾ। ਕਿਸ ਤਰ੍ਹਾਂ ਅਗਲੇ ਦਿਨ ਉਹਨਾਂ ਨੂੰ ਫਾਂਸੀ ਦਿੱਤੀ ਜਾਣੀ ਹੈ, ਇੱਕ ਦਿਨ ਪਹਿਲਾਂ ਉਹਨਾਂ ਦਾ ਇੱਕ ਮਿੱਤਰ ਉਹਨਾਂ ਨੂੰ ਮਿਲਣ ਆਉਂਦਾ ਹੈ, ਉਹਨਾਂ ਨੂੰ ਇੱਕ ਕਿਤਾਬ ਦਿੰਦਾ ਹੈ ਲੈਨਿਨ ਦੀ ਜੀਵਨੀ ਦੇ ਉੱਤੇ, ਤੇ ਉਹ ਫਾਂਸੀ ਤੋਂ ਬੇਖਬਰ ਉਸ ਕਿਤਾਬ ਨੂੰ ਪੜ੍ਹ ਰਹੇ ਨੇ। ਦਿਨ ਚੜ੍ਹ ਗਿਆ, ਜਦੋਂ ਵੇਲਾ ਹੋ ਗਿਆ ਫਾਂਸੀ ਦਿੱਤੇ ਜਾਣ ਦਾ, ਉਹਨਾਂ ਨੂੰ ਲੈਣ ਵਾਸਤੇ ਜੇਲਰ ਆਏ ਕਿ ਚਲੋ ਸਰਦਾਰ ਸਾਹਿਬ ਤਿਆਰ ਹੋ ਜਾਓ, ਤੁਹਾਨੂੰ ਲੈ ਕੇ ਚੱਲੀਏ। ਤੇ ਭਗਤ ਸਿੰਘ ਅੱਗੋਂ ਕਹਿੰਦੇ ਨੇ ਠਹਿਰ ਜਾਓ, ਇਹ ਜਿਹੜਾ ਚੈਪਟਰ ਮੈਂ ਪੜ੍ਹਦਾ ਪਿਆ ਇਹਦਾ ਇੱਕ ਪੇਜ ਰਹਿ ਗਿਆ, ਉਹ ਪੇਜ ਮੈਂ ਪੜ੍ਹ ਲਵਾਂ। ਇੱਕ ਕ੍ਰਾਂਤੀਕਾਰੀ ਦੂਜੇ ਕ੍ਰਾਂਤੀਕਾਰੀ ਨੂੰ ਮਿਲਦਾ ਪਿਆ, ਲੈਟ ਮੀ ਨੋ ਕਿ ਆਪਸ ਦੇ ਵਿੱਚ ਉਹ ਕੀ ਗੱਲ ਕਰਦੇ ਨੇ। ਸੋ ਪੂਰਾ ਪੇਜ ਪੜ੍ਹਨ ਤੋਂ ਬਾਅਦ ਉਸ ਪੇਜ ਨੂੰ ਮੋੜਿਆ ਕਿ ਇੱਥੋਂ ਤੱਕ ਮੈਂ ਪੜ੍ਹ ਚੁੱਕਾ, ਅੱਗੋਂ ਹਜੇ ਪੜ੍ਹਨਾ ਬਾਕੀ ਹੈ। ਤੇ ਉਸ ਤੋਂ ਬਾਅਦ ਕਿਤਾਬ ਰੱਖਦੇ ਨੇ ਤੇ ਜੇਲਰ ਨੂੰ ਕਹਿੰਦੇ ਨੇ ਥੈਂਕ ਯੂ ਵੈਰੀ ਮਚ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੈਨੂੰ ਸਮਾਂ ਦੇਣ ਦਾ, ਚਲੋ ਚੱਲੀਏ, ਲੈ ਕੇ ਚੱਲੋ ਮੈਨੂੰ ਫਾਂਸੀ ਵੱਲ। ਇਸ ਤਰ੍ਹਾਂ ਦਾ ਫੋਕਸਡ ਮਾਈਂਡ, ਇਸ ਤਰ੍ਹਾਂ ਦਾ ਤਿਆਰ ਇਨਸਾਨ, ਇਸ ਤਰ੍ਹਾਂ ਦੀ ਤਿਆਰ ਸ਼ਖਸੀਅਤ ਜਿਸ ਦੇ ਅੰਦਰ ਕੋਈ ਘਬਰਾਹਟ ਨਹੀਂ, ਉਸ ਨੂੰ ਹਰ ਦਿਨ ਅਸੀਂ ਯਾਦ ਕਰੀਏ, ਹਰ ਵੇਲੇ ਅਸੀਂ ਚੇਤੇ ਰੱਖੀਏ। ਇਸੇ ਲਈ ਅਸੀਂ ਅੱਜ ਉਹਨਾਂ ਨੂੰ ਯਾਦ ਕਰ ਰਹੇ ਹਾਂ ਔਰ ਅਸੀਂ ਚਾਹੁੰਦੇ ਹਾਂ ਕਿ ਹਮੇਸ਼ਾ ਜਦੋਂ ਵੀ ਸਾਨੂੰ ਇਹ ਮਹਿਸੂਸ ਹੋਵੇ ਕਿ ਕਿਸੇ ਵੀ ਘਟਨਾ ਨੂੰ, ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਇਹ ਘਟਨਾ ਹੁੰਦੀ ਹੈ, ਉਸ ਨੂੰ ਜਦੋਂ ਭਗਤ ਸਿੰਘ ਦੇ ਦ੍ਰਿਸ਼ਟੀਕੋਣ ਤੋਂ ਦੇਖਣਾ ਹੈ ਤਾਂ ਅਸੀਂ ਕਿਸੇ ਵੇਲੇ ਵੀ ਇਸ ਤਰ੍ਹਾਂ ਦਾ ਇੱਕ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਈਏ ਜਿਹਦੇ ਵਿੱਚ ਅਸੀਂ ਭਗਤ ਸਿੰਘ ਨੂੰ ਸੁਰਜੀਤ ਕਰੀਏ, ਉਹਨਾਂ ਦੇ ਵਿਚਾਰਾਂ ਨੂੰ, ਉਹਨਾਂ ਦੇ ਕਹੇ ਹੋਏ ਬੋਲਾਂ ਨੂੰ ਤੁਹਾਡੇ ਨਾਲ ਸਾਂਝਾ ਕਰੀਏ। ਮੇਰੇ ਨਾਲ ਸਟੂਡੀਓਜ਼ ਵਿੱਚ ਮੌਜੂਦ ਨੇ ਆਸ਼ਿਮਾ ਸਾਹਨੀ ਜੀ, ਜੋ ਕਿ ਪੋਲੀਟੀਕਲ ਐਨਾਲਿਸਟ ਨੇ ਤੇ ਰਾਜਨੀਤੀ ਵਿਭਾਗ ਉਹਨਾਂ ਦਾ ਖਾਸ ਵਿਸ਼ਾ ਹੈ, ਤੇ ਇੱਕ ਪ੍ਰੋਫੈਸਰ ਵਜੋਂ ਇੱਕ ਨਾਮੀ ਕਾਲਜ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ। ਬਹੁਤ ਬਹੁਤ ਸਵਾਗਤ ਤੁਹਾਡਾ ਆਸ਼ਿਮਾ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਮੈਂ ਭਗਤ ਸਿੰਘ ਜੀ ਦੀ ਗੱਲ ਕਰ ਰਿਹਾ ਸੀ ਕਿ ਅਸੀਂ ਹਮੇਸ਼ਾ ਜਾਣਦੇ ਹਾਂ ਕਿ ਸਾਡੀ ਗੁਰਬਾਣੀ ਵੀ ਸਾਨੂੰ ਸਿਖਾਉਂਦੀ ਹੈ, ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ, ਪੁਰਜ਼ਾ ਪੁਰਜ਼ਾ ਕੱਟ ਮਰੇ ਕਬੂ ਨਾ ਛਾੜੇ ਖੇਤ। ਇਸ ਚੀਜ਼ ਨੂੰ ਲੈ ਕੇ, ਇਸ ਸੋਚ ਨੂੰ ਲੈ ਕੇ ਚੱਲਦੇ ਨੇ ਭਗਤ ਸਿੰਘ ਆਪਣੇ ਕਰਮਾਂ ਦੇ ਵਿੱਚ, ਜਿਸ ਤਰ੍ਹਾਂ ਦੀ ਉਹਨਾਂ ਦੀਆਂ ਐਕਟੀਵਿਟੀਜ਼ ਨੇ, ਆਪਣੇ ਸਾਰੇ ਵਰਕਸ ਦੇ ਵਿੱਚ, ਡੀਡਸ ਦੇ ਵਿੱਚ। ਸੋ ਅੱਜ ਅਸੀਂ ਉਹਨਾਂ ਦੇ ਤਜਰਬੇ ਬਾਰੇ, ਜੋ ਉਹਨਾਂ ਨੇ ਆਪਣੀ ਲਾਈਫ ਨਾਲ ਕੀਤੇ ਨੇ, ਉਹਨਾਂ ਦੇ ਵਿਚਾਰਾਂ ਬਾਰੇ ਜਾਣੂ ਹੋਵਾਂਗੇ। ਇਹ ਸਿਲਸਿਲਾ ਕਦੋਂ ਬਣਿਆ ਕਿ ਮੈਂ ਇੱਕ ਥਾਂ ਤੇ ਦੇਖਿਆ ਇੱਕ ਜਲੂਸ ਜਾ ਰਿਹਾ ਹੈ ਭਗਤ ਸਿੰਘ ਜੀ ਨੂੰ ਸਮਰਪਿਤ, ਨਾਰੇ ਲਗਾ ਰਹੇ ਨੇ, ਭਗਤ ਸਿੰਘ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ। ਅਕਸਰ ਅਸੀਂ ਇਹ ਨਾਰੇ ਸੁਣਦੇ ਹਾਂ। ਮੈਂ ਉਹਨਾਂ ਵਿੱਚੋਂ ਇੱਕ ਨੌਜਵਾਨ ਨੂੰ ਬੁਲਾਇਆ, ਮੈਂ ਪੁੱਛਿਆ ਤੁਹਾਨੂੰ ਭਗਤ ਸਿੰਘ ਦੀ ਸੋਚ ਪਤਾ ਹੈ? ਕਦੀ ਪੜ੍ਹਿਆ ਉਹਨਾਂ ਨੂੰ? ਉਹਨਾਂ ਦੀਆਂ ਲਿਖੀਆਂ ਹੋਈਆਂ ਡਾਇਰੀਆਂ, ਉਹਨਾਂ ਦੀਆਂ ਲਿਖੀਆਂ ਹੋਈਆਂ ਆਰਟੀਕਲਸ ਦੇ ਵਿੱਚ ਆਪਣੇ ਵਿਚਾਰਾਂ ਦੀਆਂ ਬਹੁਤ ਡੂੰਘੀਆਂ ਗੱਲਾਂ, ਜੋ ਉਹਨਾਂ ਨੇ ਕੇਸ ਲੜੇ, ਜਦੋਂ ਉਹਨਾਂ ਦੇ ਉੱਤੇ ਕੇਸ ਬਣੇ ਕੋਰਟ ਕੇਸ ਦੇ ਵਿੱਚ, ਉਹਨਾਂ ਨੇ ਜੋ ਗਵਾਹੀਆਂ ਦਿੱਤੀਆਂ, ਉਹਨਾਂ ਦੇ ਵਿੱਚ ਉਹਨਾਂ ਦੀ ਜੋ ਇੰਟੈਲੀਜੈਂਸ ਹੈ, ਜੋ ਬ੍ਰਿਲੀਅੰਸ ਹੈ, ਕਦੀ ਉਹਨੂੰ ਪੜ੍ਹਿਆ, ਡੂੰਘਾਈ ਦੇ ਵਿੱਚ ਉਹਦੀ ਖੋਜ ਕੀਤੀ? ਕਹਿੰਦੇ ਨਹੀਂ ਜੀ। ਮੈਂ ਕਿਹਾ ਫਿਰ ਸੋਚ ਦਾ ਤੇ ਪਤਾ ਹੀ ਨਹੀਂ, ਤੇ ਫਿਰ ਪਹਿਰਾ ਕਿਵੇਂ ਦੋਗੇ ਸੋਚ ਤੇ? ਤੇ ਅੱਜ ਅਸੀਂ ਭਗਤ ਸਿੰਘ ਜੀ ਦੀ ਸੋਚ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹੁੰਦੇ ਹਾਂ। ਸ਼ੁਰੂਆਤ ਤੁਸੀਂ ਕਰੋ ਮੈਮ। ਸਭ ਤੋਂ ਪਹਿਲੇ ਤਾਂ ਮੈਂ ਸ਼ੁਕਰੀਆ ਦੇਣਾ ਚਾਹੁੰਦੀ ਹਾਂ ਤੁਹਾਡੇ ਟੀਵੀ ਚੈਨਲ ਨੂੰ, ਤੁਸੀਂ ਮੈਨੂੰ ਪਲੇਟਫਾਰਮ ਪ੍ਰੋਵਾਈਡ ਕੀਤਾ, ਔਰ ਮੈਂ ਸ਼ੁਕਰੀਆ ਕਰਨਾ ਚਾਹੁੰਦੀ ਹਾਂ ਦਰਸ਼ਕਾਂ ਦਾ ਜਿਹੜਾ ਕਿ ਬਹੁਤ ਪਿਆਰ ਦੇ ਰਹੇ ਨੇ ਜੀ। ਇਹ ਭਗਤ ਸਿੰਘ ਜੀ ਇੰਨੀ ਵੱਡੀ ਸ਼ਖਸੀਅਤ ਹੈ ਕਿ ਉਹਨਾਂ ਤੇ ਜੇ ਅਸੀਂ ਗੱਲਬਾਤ ਸ਼ੁਰੂ ਕਰਾਂਗੇ ਤੇ ਉਹਨਾਂ ਨੂੰ ਸਮਝਣਾ ਤੇ ਉਹਨਾਂ ਦੀ ਗੱਲਬਾਤ ਕਰਨਾ, ਉਹਦੇ ਲਈ ਇੱਕ ਬਹੁਤ ਹੀ ਜ਼ਿਆਦਾ ਹੌਸਲਾ ਚਾਹੀਦਾ ਹੈ ਜੀ। ਔਰ ਸਾਨੂੰ ਉਹਨਾਂ ਨੂੰ ਸਮਝ, ਸਭ ਤੋਂ
ਮਤਲਬ ਮਾੜੀ ਗੱਲ ਇਹ ਹੈ ਕਿ ਅਗਰ ਭਗਤ ਸਿੰਘ ਦਾ ਨਾਮ ਜਦੋਂ ਆਉਂਦਾ ਤੇ ਲੋਕਾਂ ਨੂੰ ਲੱਗਦਾ ਹੈ ਭਗਤ ਸਿੰਘ ਉਹੀ ਜਿਨ੍ਹਾਂ ਨੇ ਬੰਬ ਸੁੱਟਿਆ ਔਰ ਜਿਨ੍ਹਾਂ ਨੇ ਫਾਂਸੀ ਨੂੰ ਹੱਸਦੇ ਹੱਸਦੇ ਗਲੇ ਲੈ ਲਿਆ। ਲੇਕਿਨ ਭਗਤ ਸਿੰਘ was a revolutionary but he was an intellectual revolutionary ਜਿਹਦਾ ਕਿ ਲੋਕਾਂ ਨੂੰ ਪਤਾ ਹੀ ਨਹੀਂ ਹੈ ਜੀ ਜੇ ਅਸੀਂ ਔਰ ਇੱਕ ਹੋਰ ਗੱਲ ਮੈਂ ਕਹਿਣਾ ਚਾਹੂੰਗੀ ਕਿ ਅਸੀਂ ਬੀਇੰਗ ਅ ਪੰਜਾਬੀ ਕਮਿਊਨਿਟੀ ਅਸੀਂ ਭਗਤ ਸਿੰਘ ਜੀ ਨਾਲ ਜਸਟਿਸ ਵੀ ਨਹੀਂ ਕੀਤੀ ਹੈ, ਅਸੀਂ ਉਹਨਾਂ ਦੀ ਫਿਲਾਸਫੀ ਨੂੰ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਨਾ ਅਸੀਂ ਉਹਨਾਂ ਨੂੰ ਸਮੇਂ ਦਿੱਤਾ ਔਰ ਨਾ ਹੀ ਅਸੀਂ ਕੋਸ਼ਿਸ਼ ਕੀਤੀ। ਔਰ ਉਹ ਸਾਡਾ ਇੱਕ ਇੰਨਾ ਵੱਡਾ ਪੰਜਾਬ ਦਾ ਇੱਕ ਕੋਹੀਨੂਰ ਹੀਰਾ, ਠੀਕ ਹੈ, ਜਿਹਨੂੰ ਕਿ ਅਸੀਂ ਨਾ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਚੱਲ ਪਾਏ ਔਰ ਨਾ ਹੀ ਅਸੀਂ ਉਹਨਾਂ ਨੂੰ ਜਸਟੀਫਾਈ ਕਰ ਸਕੇ। ਜੀ ਬਿਲਕੁਲ ਸਹੀ ਕਹਿੰਦੇ ਹੋ, ਜਸਟੀਫਾਈ ਅਸੀਂ ਬਿਲਕੁਲ ਨਹੀਂ ਕਰ ਸਕੇ ਕਿਉਂਕਿ ਅਸੀਂ ਸਮਝਿਆ ਹੀ ਨਹੀਂ, ਅਸੀਂ ਉਹ ਗਹਿਰਾਈ ਨੂੰ ਨਹੀਂ ਜਾਣਿਆ। ਅਸੀਂ ਸਿਰਫ ਇਨਕਲਾਬ ਜ਼ਿੰਦਾਬਾਦ ਤੱਕ, ਇੱਥੇ ਤੱਕ ਹੀ ਅਸੀਂ ਭਗਤ ਸਿੰਘ ਨੂੰ ਸਮਝਦੇ ਹਾਂ, ਅਸੀਂ ਨਹੀਂ ਜਾਣਦੇ ਕਿ ਉਹਨਾਂ ਦੀ ਸੋਚ ਕੀ ਸੀ। ਮੈਂ ਉਹੀ ਜਾਣਨਾ ਚਾਹਾਂਗਾ, ਤੁਸੀਂ ਹੁਣੀ ਇਨਕਲਾਬ ਜ਼ਿੰਦਾਬਾਦ ਕਿਹਾ ਜਦ ਕਿ ਉਹਨਾਂ ਨੇ 3 ਨਾਰੇ ਦਿੱਤੇ ਸੀਗੇ, ਇਨਕਲਾਬ ਜ਼ਿੰਦਾਬਾਦ, down with socialism, down with imperialism and workers of the world to unite। ਇਹ 3 ਨਾਰੇ ਸੀਗੇ ਪਰ ਸਾਨੂੰ ਇੱਕੋ ਹੀ ਨਾਰਾ ਯਾਦ ਹੈ, ਇਨਕਲਾਬ ਜ਼ਿੰਦਾਬਾਦ। ਸ਼ਾਇਦ ਜ਼ੁਬਾਨ ਤੇ ਈਜ਼ੀਲੀ ਚੜ ਜਾਂਦਾ, ਈਜ਼ੀਲੀ ਬੋਲਣਾ ਹੈ, ਲੇਕਿਨ ਜਿਹੜੇ 2 ਨਾਰੇ ਹੈ ਉਹਦਾ ਸਾਨੂੰ ਕੁਝ ਵੀ ਪਤਾ ਨਹੀਂ ਹੈ। ਜੀ ਤੁਸੀਂ ਜ਼ਰਾ ਇਲੈਬੋਰੇਟ ਕਰੋ, ਡਾਊਨ ਵਿਦ ਇੰਪੀਰੀਅਲਿਜ਼ਮ। ਯੈਸ, ਸਭ ਤੋਂ ਪਹਿਲੇ ਤਾਂ ਮੈਂ ਦੱਸਣਾ ਚਾਹੂੰਗੀ ਕਿ ਤੁਸੀਂ ਜ਼ਿਕਰ ਕੀਤਾ ਕਿ ਭਗਤ ਸਿੰਘ ਜੀ ਨੇ ਕਿਤਾਬ ਪੜ੍ਹੀ ਐਂਡ ਵਿੱਚ ਜਦੋਂ ਉਹਨਾਂ ਦਾ ਫਾਂਸੀ ਦਾ ਵੀ ਟਾਈਮ ਆ ਗਿਆ ਸੀ। ਮੈਂ ਤੁਹਾਨੂੰ ਦੱਸਣਾ ਚਾਹੂੰਗੀ ਕਿ ਜੇਲ੍ਹ ਪੁੱਜਣ ਤੋਂ ਪਹਿਲੇ ਉਹ 200 ਕਿਤਾਬਾਂ ਪੜ੍ਹ ਚੁੱਕੇ ਸੀਗੇ ਔਰ ਜਦੋਂ ਜੇਲ੍ਹ ਦੇ ਵਿੱਚ ਸੀਗੇ ਉਦੋਂ ਉਹਨਾਂ ਨੇ 300 ਕਿਤਾਬਾਂ ਅਪਰੋਕਸੀਮੇਟਲੀ ਪੜ੍ਹੀਆਂ, ਜਿਹਦਾ ਕਿ ਕਿਸੇ ਨੂੰ ਕੁਝ ਪਤਾ ਨਹੀਂ ਹੈ। ਔਰ ਤੁਸੀਂ ਉਹਨਾਂ ਦੀ ਉਮਰ ਦੇਖੋ, 23 ਸਾਲ ਦੀ ਉਮਰ। ਉਹ ਹੀ ਵਾਸ ਵੈਲ ਵਰਸਡ ਇਨ ਅਮਰੀਕਨ ਲਿਟਰੇਚਰ, ਇਨ ਯੂਰਪੀਅਨ ਲਿਟਰੇਚਰ, in the literature of England and the Russian literature। ਇਹ ਜਿੰਨੇ ਵੀ, ਔਰ ਉਸ ਸਮੇਂ ਕੋਈ ਸੋਸ਼ਲ ਮੀਡੀਆ ਨਹੀਂ ਸੀਗਾ, ਉਸ ਸਮੇਂ ਕੋਈ ਇੰਨੀਆਂ ਸਹੂਲਤਾਂ ਨਹੀਂ ਸੀਗੀਆਂ ਜੋ ਅੱਜ ਦੇ ਸਮੇਂ 'ਚ ਰੀਡਿੰਗ ਅਗਰ ਅਸੀਂ ਕਰਨੀ ਤਾਂ ਸਾਡੇ ਤੋਂ ਬਹੁਤ ਸਹੂਲਤਾਂ ਹੈ। ਉਸ ਜ਼ਮਾਨੇ 'ਚ ਜਦੋਂ ਅਸੀਂ ਗੁਲਾਮ ਸੀ, ਜਦੋਂ ਉਹ ਜੇਲ੍ਹ 'ਚ ਸੀ, ਤੁਸੀਂ ਸੋਚੋ ਕਿ ਛੋਟੀ ਜਿਹੀ ਉਮਰ 'ਚ ਉਹਨਾਂ ਨੇ ਕਿੰਨੀ ਜ਼ਿਆਦਾ ਪੜ੍ਹਾਈ ਕੀਤੀ। ਉਹਨਾਂ ਨੇ ਪੜ੍ਹਾਈ ਨਹੀਂ, ਉਹਨਾਂ ਨੇ ਕਿਤਾਬਾਂ ਪੜ੍ਹੀਆਂ ਨਹੀਂ, ਉਹਨਾਂ ਨੇ ਇੰਬਾਈਬ ਕੀਤਾ ਔਰ ਇਹਦੇ ਤੋਂ ਆਪਣੀ ਸਾਇੰਟੀਫਿਕ ਥਿੰਕਿੰਗ ਵੀ ਡਿਵੈਲਪ ਕੀਤੀ। ਜੀ 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 ਤੁਸੀਂ ਇਲੈਬੋਰੇਟ ਕਰੋ ਪਲੀਜ਼, ਕੰਟੀਨਿਊ ਕਰੋ, ਮੈਂ ਸੁਣ ਰਿਹਾ ਤੁਹਾਡੇ ਕੋਲੋਂ। ਅਗਰ ਅਸੀਂ ਭਗਤ ਸਿੰਘ ਨੂੰ ਸਮਝਣਾ ਚਾਹੁੰਦੇ ਹਾਂ ਤੇ ਭਗਤ ਸਿੰਘ ਨੂੰ ਸਮਝਣ ਲਈ ਸਾਨੂੰ ਉਹਨਾਂ ਦੀ ਆਈਡੀਓਲੋਜੀ ਦੇ ਉੱਤੇ ਧਿਆਨ ਦੇਣਾ ਪਏਗਾ ਔਰ ਲੋਕਾਂ ਨੂੰ ਪਤਾ ਹੀ ਨਹੀਂ ਕਿ ਭਗਤ ਸਿੰਘ ਦੀ ਆਈਡੀਓਲੋਜੀ ਕੀ ਹੈ। ਬੇਸਿਕਲੀ ਉਹਨਾਂ ਦੇ 3 ਆਈਡੀਓਲੋਜੀਜ਼ ਸੀਗੀ, ਇੱਕ ਤਾਂ ਐਥੀਸਟ ਦੀ ਸੀਗੀ, ਨੰਬਰ 2 ਸੋਸ਼ਲਿਜ਼ਮ ਦੀ ਸੀਗੀ, ਨੰਬਰ 3 ਵਾਸ ਇੰਟਰਨੈਸ਼ਨਲਿਜ਼ਮ। ਜੇ ਅਸੀਂ ਪਹਿਲੇ ਐਥੀਸਟ ਦੀ ਗੱਲ ਕਰੀਏ ਤੇ ਲੋਕਾਂ ਨੂੰ ਲੱਗਦਾ ਐਥੀਸਟ ਦਾ ਮਤਲਬ ਹੈ ਜਿਹਦਾ ਰੱਬ ਵਿੱਚ ਯਕੀਨ ਨਾ ਹੋਵੇ, ਲੇਕਿਨ ਉਹ ਐਥੀਸਟ ਕਿਸੇ ਹੋਰ ਤਰ੍ਹਾਂ ਦੇ ਸੀ। ਉਹਨਾਂ ਦਾ ਮਤਲਬ ਐਥੀਸਟ ਦਾ ਇਹ ਸੀਗਾ ਕਿ ਜਿਹੜੇ ਸਾਡੇ ਅਡੰਬਰ ਨੇ, ਜਿਹੜੇ ਸਾਡੇ ਪਖੰਡ ਨੇ ਰੱਬ ਨੂੰ ਲੈ ਕੇ, ਜਿਹੜੀ ਸਾਡੀ ਜਾਤ ਪ੍ਰਥਾ 'ਚ ਅਸੀਂ ਜਿਹੜੇ ਫਸੇ ਹੋਏ ਆ, ਉਹ ਉਸ ਚੀਜ਼ ਨੂੰ ਨਕਾਰਦੇ ਸੀਗੇ। ਇਸ ਕਰਕੇ ਔਰ ਜਿਹੜਾ ਅਸੀਂ ਹਰ ਵੇਲੇ ਇਹ ਕਹਿੰਦੇ ਸੀ ਨਾ ਕਿ ਕੋਈ ਨਹੀਂ, ਜੋ ਕਰਮਾਂ 'ਚ ਲਿਖਿਆ ਹੋਏਗਾ ਮਿਲ ਜਾਏਗਾ, ਔਰ ਅਸੀਂ ਕਰਮ ਯੋਗੀ ਤਾਂ ਬਣਦੇ ਹੀ ਨਹੀਂ ਆ। ਉਸ ਚੀਜ਼ ਤੇ ਉਹ ਕਰਨਾ ਚਾਹੁੰਦੇ ਸੀਗੇ ਕਿ ਮਤਲਬ ਜੇ ਤੁਸੀਂ ਆਪਣੀ ਸ਼ਖਸੀਅਤ ਨੂੰ ਜ਼ਿੰਦਾ ਰੱਖਣਾ ਹੈ, ਤੁਹਾਨੂੰ ਕਰਮ ਕਰਨਾ ਪਏਗਾ, ਸਾਇੰਟੀਫਿਕ ਥਿੰਕਿੰਗ ਨਾਲ ਤੁਹਾਨੂੰ ਚੱਲਣਾ ਪਏਗਾ ਔਰ ਤੁਹਾਨੂੰ ਕੰਟਰੀਬਿਊਟ ਕਰਨਾ ਪਏਗਾ ਸਮਾਜ ਨੂੰ। ਤੁਸੀਂ ਇੱਕ ਤੁਸੀਂ ਮਤਲਬ ਚੋਲਾ ਪਾ ਕੇ ਧਰਮ ਦਾ ਤੁਸੀਂ ਆਪਣੀ ਜਿਹੜੀ ਤੁਹਾਡੀ ਜ਼ਿੰਮੇਵਾਰੀਆਂ ਉਹਦੋਂ ਤੋਂ ਤੁਸੀਂ ਪਿਛੜ ਨਹੀਂ ਸਕਦੇ, ਤੁਹਾਨੂੰ ਕਰਨੀਆਂ ਪੈਣੀਆਂ। ਨੰਬਰ 2 ਮੈਂ ਇੱਥੇ ਹੁਣ ਗੱਲ ਕਰੂੰਗੀ, ਤੁਸੀਂ ਸਟਾਰਟਿੰਗ ਵਿੱਚ ਤੁਸੀਂ ਜਦੋਂ ਸਟਾਰਟਿੰਗ ਕੀਤਾ ਪ੍ਰੋਗਰਾਮ ਦਾ, ਤੁਸੀਂ ਸੂਰਾ ਸੋ ਪਹਿਚਾਨੀਏ ਜੋ ਲੜਦੇ, ਤੁਸੀਂ ਇਹ ਇੱਕ ਕੋਟ ਕੀਤਾ ਸੀ, ਇਹਦੇ ਤੇ ਵੀ ਮੈਂ ਥੋੜੀ ਟਿੱਪਣੀ ਦੇਣਾ ਚਾਹੂੰਗੀ। ਐਕਚੁਅਲੀ ਇਹ ਭਗਤ ਕਬੀਰ ਜੀ ਦੀ ਬਾਣੀ ਹੈ ਔਰ ਇਹਨੂੰ ਯੂਜ਼ ਕੀਤਾ ਸੀਗਾ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ 4 ਸਾਹਿਬਜ਼ਾਦਿਆਂ ਦੀ ਕੁਰਬਾਨੀ ਸੀਗੀ। ਹੁਣ ਇੱਥੇ ਭਗਤ ਸਿੰਘ 1923 ਵਿੱਚ ਇੱਕ ਪ੍ਰਾਈਜ਼ ਵਿਨਿੰਗ ਆਰਟੀਕਲ ਲਿਖਦੇ ਨੇ, ਉਹਦੇ ਵਿੱਚ ਉਹ ਇਸ ਚੀਜ਼ ਨੂੰ ਮੈਂਸ਼ਨ ਕਰਦੇ ਹੈ ਔਰ ਉਹ ਦੱਸਦੇ ਹੈ ਕਿ ਕਿੱਦਾਂ ਅਸੀਂ ਸੋਸ਼ਲਿਜ਼ਮ ਦੇ ਆਬਜੈਕਟਿਵ ਨੂੰ ਅਚੀਵ ਕਰਨਾ। ਜਿਹੜੀ ਉਹਨਾਂ ਦੀ ਸੈਕੰਡ ਫਿਲਾਸਫੀ ਹੈ ਉਹ ਕੀ ਹੈ? ਸੋਸ਼ਲਿਜ਼ਮ, ਸਮਾਜਵਾਦ। ਸਮਾਜਵਾਦ ਕੀ ਹੈ? ਇਗੈਲਿਟੇਰੀਅਨ ਸੋਸਾਇਟੀ। ਇਗੈਲਿਟੇਰੀਅਨ ਕੀ ਹੈ? ਕਲਾਸਲੈਸ ਸੋਸਾਇਟੀ, ਐਸੀ ਸੋਸਾਇਟੀ ਜਿੱਥੇ ਹੈਵਸ ਤੇ ਹੈਵਸ ਨਾਟ ਨਾ ਹੋਣ, ਜਿੱਥੇ ਅਮੀਰ ਤੇ ਗਰੀਬ ਨਾ ਹੋਣ, ਜਿੱਥੇ ਰਿਚ ਔਰ ਪੂਅਰ ਨਾ ਹੋਣ। ਉਹ ਇਹੋ ਜਿਹੀ ਸੋਸਾਇਟੀ ਦੀ ਕਲਪਨਾ ਕਰਦੇ ਹੋਏ ਉਹਨਾਂ ਨੇ ਆਰਟੀਕਲ ਲਿਖਿਆ ਔਰ ਉਹਨਾਂ ਨੂੰ ਇਹਦੇ 'ਚ ਉਹਨਾਂ ਦੇ ਪ੍ਰਾਈਜ਼ ਵਿਨਿੰਗ ਆਰਟੀਕਲ ਸੀ। ਹੀ ਵਾਸ ਐਨ ਇੰਟੈਲੈਕਚੁਅਲ ਆਫ extraordinary caliber।
ਅੱਛਾ, ਫਿਰ ਉਹਨਾਂ ਨੇ ਜਦੋਂ ਟ੍ਰਾਇਲਸ ਹੋਏ, ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਨਕਲਾਬ ਜ਼ਿੰਦਾਬਾਦ ਹੀ ਸਾਨੂੰ ਸਿਰਫ ਪਤਾ ਹੈ, ਲੇਕਿਨ ਉਹਨਾਂ ਨੇ ਇਹਦੇ ਨਾਲ 2 ਨਾਅਰੇ ਹੋਰ ਦਿੱਤੇ ਸੀਗੇ, ਡਾਊਨ ਵਿਦ ਦ ਇੰਪੀਰੀਅਲਿਜ਼ਮ ਐਂਡ ਦ ਥਰਡ ਵਾਸ ਵਰਕਰਸ ਆਫ ਦ ਵਰਲਡ ਯੂਨਾਈਟ। ਹੁਣ ਜਿਹੜਾ ਭਗਤ ਸਿੰਘ ਸੀ, ਇਹ ਬਹੁਤ ਜ਼ਿਆਦਾ ਲੈਨਨ ਦੀ ਫਿਲਾਸਫੀ, ਕਾਰਲ ਮਾਰਕਸ ਦੀ ਫਿਲਾਸਫੀ, ਐਂਜਲਸ ਦੀ ਫਿਲਾਸਫੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ। ਜੀ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਐਥੀਜ਼ਮ 'ਚ ਮੈਂ ਇੱਕ ਹੋਰ ਗੱਲ ਐਡ ਕਰਨਾ ਚਾਹੂੰਗੀ। ਉਹਨਾਂ ਨੂੰ ਲੱਗਦਾ ਸੀ ਜੇਕਰ ਲੋਕਾਂ ਨੂੰ ਜਿਹੜੇ ਕਿ ਗਰੀਬੀ 'ਚ ਫਸੇ ਹੋਏ, ਉਸ ਟਾਈਮ ਦੀ ਮੈਂ ਗੱਲ ਕਰ ਰਹੀ ਹਾਂ, ਉਹ ਧਰਮ 'ਚ ਜ਼ਿਆਦਾ ਆਪਣਾ ਟਾਈਮ ਇਨਵੈਸਟ ਕਰ ਰਹੇ ਸੀਗੇ ਔਰ ਇਸ ਚੀਜ਼ 'ਚ ਇਨਵੈਸਟ ਨਹੀਂ ਕਰ ਰਹੇ ਸੀਗੇ ਕਿ ਗਰੀਬੀ 'ਚੋਂ ਕਿੱਦਾਂ ਨਿਕਲਣਾ। ਜੀ ਤੇ ਜੀ ਜੀ ਗਰੀਬੀ 'ਚੋਂ ਉਹਨਾਂ ਨੇ ਕਿਹਾ ਜੇ ਤੁਸੀਂ ਬਾਹਰ ਨਿਕਲਣਾ ਹੈ ਤਾਂ ਯੂ ਹੈਵ ਟੂ ਯੂਨਾਈਟ ਆਲ ਦੀ ਵਰਕਰਸ, ਜਿੱਦਾਂ ਕਿ ਕਾਰਲ ਮਾਰਕਸ ਨੇ ਆਪਣੀ ਫਿਲਾਸਫੀ 'ਚ ਕਿਹਾ ਸੀ ਕਿ ਦੁਨੀਆ ਦੇ ਸਾਰੇ ਮਜ਼ਦੂਰੋ ਤੁਸੀਂ ਇਕਜੁੱਟ ਹੋ ਜਾਓ। ਇਹੀ ਸੇਮ ਜਿਹੜੀ ਕਾਲ ਹੈ ਭਗਤ ਸਿੰਘ ਨੇ ਦਿੱਤੀ ਸੀ ਉਸ ਜ਼ਮਾਨੇ 'ਚ। ਤੁਸੀਂ ਇਹ ਦੇਖੋ ਕਿ ਉਸ ਟਾਈਮ 'ਚ, ਠੀਕ ਹੈ, ਕੋਈ ਉਹਨਾਂ ਕੋਲ ਇੰਨੀ ਜ਼ਿਆਦਾ ਫੈਸਿਲਿਟੀਜ਼ ਨਹੀਂ ਸੀਗੀਆਂ, ਬਟ ਹੀ ਵਾਸ ਸੋ ਵੈਲ ਵਰਸਡ ਐਟ ਦ ਟੈਂਡਰ ਏਜ ਆਫ 23। ਮਤਲਬ ਉਹਨਾਂ ਦੇ ਇੰਟੈਲੈਕਚੁਅਲਿਜ਼ਮ ਦੀ ਕੋਈ ਮਿਸਾਲ ਨਹੀਂ ਹੈ। ਹੁਣ ਯੈਸ, ਹੁਣ ਮੈਂ ਗੱਲ ਕਰੂੰਗੀ ਉਹਨਾਂ ਦੀ ਰਿਲੀਜੀਅਨ, ਜਿਹੜੀ ਉਹਨਾਂ ਦੀ ਜਿਹੜੀ ਨੈਕਸਟ ਫਿਲਾਸਫੀ ਸੀ ਰਿਲੀਜੀਅਨ ਤੇ ਮੈਂ ਗੱਲਬਾਤ ਹੋਰ ਕਰਨਾ ਚਾਹੂੰਗੀ। ਉਹਨਾਂ ਨੇ ਇੱਕ ਆਰਟੀਕਲ ਲਿਖਿਆ ਸੀ 1927 'ਚ, ਰਿਲੀਜੀਅਨ ਰਾਈਟ ਐਂਡ देयर ਸੋਲੂਸ਼ਨਸ। ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਨੂੰ ਬੜਾ ਦੁੱਖ ਹੁੰਦਾ ਹੈ ਕਿ ਜਿਹੜਾ ਇੰਡੀਆ ਹੈ ਜਾਂ ਇੰਡੀਅਨਸ ਨੇ, ਉਹ ਹਜੇ ਵੀ ਇਸ ਚੀਜ਼ 'ਚ ਫਸੇ ਹੋਏ ਕਿ ਕਿਹੜਾ ਗੁਰਦੁਆਰਾ ਜਾਏਗਾ, ਕਿਹੜਾ ਮੰਦਿਰ ਜਾਏਗਾ, ਕਿਹੜੀ ਜਾਤ ਪਾਣੀ ਉੱਥੋਂ ਪੀਏਗੀ, ਕਿਹੜੀ ਨਹੀਂ ਪੀਏਗੀ। ਮਤਲਬ ਉਹ ਕਹਿੰਦੇ ਕਿ ਮੈਨੂੰ ਬਹੁਤ ਜ਼ਿਆਦਾ ਦੁਖੀ ਹੁੰਦੀ ਹੈ ਤੇ ਸ਼ਰਮਿੰਦਗੀ ਹੁੰਦੀ ਕਿ ਅਸੀਂ ਇੱਥੇ ਫਸੇ ਹੋਏ ਹਾਂ। ਜੇ ਅਸੀਂ ਇੱਥੇ ਹੀ ਫਸੇ ਰਹਿ ਜਾਵਾਂਗੇ, ਹਾਊ ਵਿਲ ਵੀ ਕਮ ਆਊਟ ਆਫ ਆਵਰ ਪਾਵਰਟੀ? ਅਸੀਂ ਕਿੱਦਾਂ ਅਸੀਂ ਮਤਲਬ ਇੱਕ ਸਾਇੰਟੀਫਿਕ ਥਿੰਕਿੰਗ ਡਿਵੈਲਪ ਕਰਾਂਗੇ, ਕਿੱਦਾਂ ਸਾਡੀ ਇਮੈਨਿਸਿਪੇਸ਼ਨ ਹੋਏਗੀ, ਕਿੱਦਾਂ ਸਾਡੀ ਐਮਪਾਵਰਮੈਂਟ ਹੋਏਗੀ। ਐਂਡ ਉਹਨਾਂ ਨੇ ਇੱਕ ਹੋਰ ਬੜੀ ਵਧੀਆ ਗੱਲ ਕਹੀ। ਦੇਖੋ ਜੇ ਉਸ ਸਮੇਂ ਸੁਤੰਤਰਤਾ ਅੰਦੋਲਨ ਚੱਲ ਰਿਹਾ ਸੀਗਾ, ਉਹਨਾਂ ਨੇ ਕਿਹਾ ਇੱਕ ਗੱਲ, ਇਸ ਚੀਜ਼ ਦਾ ਫਰਕ ਨਹੀਂ ਪੈਂਦਾ ਕਿ ਉੱਪਰ ਇੰਡੀਅਨ ਪ੍ਰਸ਼ਾਸਕ ਬੈਠੇ ਨੇ ਜਾਂ ਬ੍ਰਿਟਿਸ਼ ਪ੍ਰਸ਼ਾਸਕ ਬੈਠੇ ਹੈ। ਮੁੱਦਾ ਇਹ ਹੈ ਕਿ ਜਿਹੜਾ ਗਰਾਊਂਡ ਲੈਵਲ ਵਾਲਾ ਬੰਦਾ ਹੈ, ਗਰੀਬ ਹੈ, ਉਹਦੇ ਲਈ ਕੀ ਹੋ ਰਿਹਾ। ਉਹ ਉਸ ਸੋਸ਼ਲਿਜ਼ਮ ਦੀ ਗੱਲ ਕਰ ਰਹੇ ਤੇ ਉਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਹੈ, ਜਿਹੜੀ ਉਹਨਾਂ ਦੀ ਥਿੰਕਿੰਗ ਹੈ, ਬੜੀ ਹੀ ਕਮਾਲ ਦੀ ਹੈ। ਇਹਦੇ 'ਚ ਇੱਕ ਗੱਲ ਮੈਂ ਐਡ ਕਰਾਂਗਾ ਕਿ ਜੋ ਵੀ ਪਾਲਿਸੀ ਬਣੇ, ਜੋ ਵੀ ਗਵਰਨਮੈਂਟ ਵੱਲੋਂ ਫੈਸਿਲਿਟੀ ਹੋਵੇ, ਉਹ ਜੋ ਲਾਈਨ ਵਿੱਚ ਖੜੇ ਹੋਏ ਲੋਕ ਨੇ, ਸਭ ਤੋਂ ਆਖਰੀ ਬੰਦੇ ਤੱਕ ਵੀ ਪਹੁੰਚਣੀ ਚਾਹੀਦੀ ਹੈ। ਉਹ ਫੈਸਿਲਿਟੀ, ਉਹ ਲਾਭ, ਉਹ ਸਾਰੀ ਸਹੂਲੀਅਤ। ਜੇ ਇੱਕ ਵੀ ਬੰਦਾ ਛੁੱਟ ਜਾਂਦਾ, ਇੱਕ ਵੀ ਬੰਦੇ ਕੋਲ ਫੈਸਿਲਿਟੀ ਨਹੀਂ ਪਹੁੰਚਦੀ, ਤਾਂ ਉਹ ਸਿਸਟਮ, ਉਹ ਪਾਲਿਸੀ ਬੇਕਾਰ ਹੈ। ਇਹ ਭਗਤ ਸਿੰਘ ਦੀ ਸੋਚ ਹੈ। ਔਰ ਇੱਕ ਮੈਨੂੰ ਇਹਨਾਂ ਦੀ ਬਹੁਤ ਵਧੀਆ ਗੱਲ ਲੱਗਦੀ ਹੈ, ਜੋ ਤੁਸੀਂ ਕਹਿੰਦੇ ਹੋ ਨਾ ਕਿ ਸਭ ਜਣੇ ਇਕੱਠੇ ਹੋ ਜਾਓ। ਉਹਦਾ ਇੱਕ ਆਉਂਦਾ ਕਿ ਨੋਬਡੀ ਕੈਨ ਐਕਸਪਲੋਇਟ ਯੂ ਅਨਲੈਸ ਯੂ ਆਰ ਰੈਡੀ ਟੂ ਬੀ ਐਕਸਪਲੋਇਟਡ। ਕੋਈ ਵੀ ਤੁਹਾਡਾ ਸ਼ੋਸ਼ਣ ਨਹੀਂ ਕਰ ਸਕਦਾ ਜੇ ਤੁਸੀਂ ਖੁਦ ਆਪਣਾ ਸ਼ੋਸ਼ਣ ਨਹੀਂ ਕਰਵਾਉਂਦੇ। ਤਾਂ ਇਹਦੇ ਵਿੱਚ ਕੈਪੀਟਲਿਜ਼ਮ ਦੇ ਅਗੇਂਸਟ ਉਹ ਖੜੇ ਹੁੰਦੇ ਨੇ। ਜਦੋਂ ਸੋਸ਼ਲਿਜ਼ਮ ਦੀ ਗੱਲ ਕਰਦੇ ਨੇ ਤਾਂ ਯੂਨਾਈਟ ਆਪਣੇ ਆਪ ਬੰਦਾ ਹੋ ਜਾਂਦਾ ਹੈ। ਦੁਨੀਆ ਦੇ ਮਜ਼ਦੂਰੋ ਇਕੱਠੇ ਹੋ ਜਾਓ, ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਇੱਕ ਕੰਬਲ ਦੇ ਵਿੱਚ 3 ਮਜ਼ਦੂਰ ਤਾਂ ਇਕੱਠੇ ਸੌਂ ਸਕਦੇ ਨੇ, ਪਰ ਇੱਕ ਸ਼ਹਿਰ ਦੇ ਵਿੱਚ 2 ਕੈਪੀਟਲਿਸਟ ਇਕੱਠੇ ਨਹੀਂ ਰਹਿ ਸਕਦੇ। ਉਹ ਆਪਸ ਕੰਪੀਟੀਸ਼ਨ ਕਰਨਗੇ ਹੀ ਕਰਨਗੇ। ਇੱਕ ਕੈਪੀਟਲਿਸਟ ਦੂਸਰੇ ਨੂੰ ਗਿਰਾਉਣ ਦੀ ਕੋਸ਼ਿਸ਼ ਕਰੇਗਾ, ਦੂਸਰੇ ਨੂੰ ਫੇਲ ਕਰਨ ਦੀ ਕੋਸ਼ਿਸ਼ ਕਰੇਗਾ, ਉਹਨਾਂ ਦੀ ਆਪਸ ਵਿੱਚ ਨਹੀਂ ਬਣੇਗੀ। ਇੱਕ ਮਿਆਨ ਦੇ ਵਿੱਚ 2 ਤਲਵਾਰਾਂ ਨਹੀਂ ਰਹਿ ਸਕਦੀਆਂ, ਅਸੀਂ ਸਾਰੇ ਜਾਣਦੇ ਹਾਂ। ਇਸ ਕਰਕੇ ਜੇ ਕੈਪੀਟਲਿਜ਼ਮ ਅੱਗੇ ਵੱਧਦਾ ਵੀ ਹੈ ਤਾਂ ਉਹ ਆਪਣੀ ਬਰਬਾਦੀ ਦੇ ਬੀਜ ਆਪੇ ਬੋ ਲੈਂਦਾ ਹੈ, ਜਦੋਂ ਸਾਰੇ ਮਜ਼ਦੂਰ ਇਕੱਠੇ ਹੋ ਜਾਂਦੇ ਨੇ ਉਹਨਾਂ ਦੇ ਖਿਲਾਫ। ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਕੈਪੀਟਲਿਸਟ ਸਾਨੂੰ ਲੁੱਟਦਾ ਪਿਆ, ਸਾਡੀ ਮਿਹਨਤ ਨੂੰ ਆਪ ਖਾ ਜਾਂਦਾ ਹੈ, ਤੇ ਸਾਡੇ ਪੱਲੇ ਸਿਰਫ ਭੁੱਖ ਪੈਂਦੀ ਹੈ, ਸਾਡੇ ਬੱਚੇ ਭੁੱਖੇ ਰਹਿੰਦੇ ਨੇ, ਸਾਡੇ ਸਿਰ ਤੇ ਛੱਤ ਵੀ ਨਹੀਂ ਹੁੰਦੀ। ਇਸ ਕਰਕੇ ਸਾਨੂੰ ਇਕੱਠੇ ਹੋ ਜਾਣਾ ਚਾਹੀਦਾ। ਜੀ ਮੈਮ। ਯੈਸ, ਮੈਨੂੰ ਨਾ ਤੁਹਾਡੀ ਗੱਲ ਤੋਂ ਯਾਦ ਆ ਰਿਹਾ ਕਿ ਉਹਨਾਂ ਨੇ ਇੱਕ ਲੇਖ ਹੋਰ ਲਿਖਿਆ ਸੀਗਾ 1928 ਵਿੱਚ, ਜਿਹਦਾ ਨਾਮ ਸੀਗਾ ਨਏ ਨੇਤਾओं के नए विचार। ਇਹ ਕੀਰਤੀ ਮੈਗਜ਼ੀਨ ਵਾਲਿਆਂ ਨੇ ਛਾਪਿਆ ਸੀਗਾ। ਇਹਦੇ ਵਿੱਚ ਉਹ ਉਸ ਸਮੇਂ ਦੇ ਜਿਹੜੇ ਲੀਡਰ ਸੀਗੇ, ਪੰਡਿਤ ਨਹਿਰੂ ਐਂਡ ਸੁਭਾਸ਼ ਚੰਦਰ ਬੋਸ, ਉਹਨਾਂ ਦੀ ਜਿਹੜੀਆਂ ਸਪੀਚਿਸ ਹੁੰਦੀਆਂ ਸੀ, ਉਹਨਾਂ ਤੇ ਕਮੈਂਟਸ ਦਿੱਤੇ ਸੀਗੇ ਭਗਤ ਸਿੰਘ ਜੀ ਨੇ। ਐਂਡ ਹੀ ਵਾਸ ਮੋਰ ਟਿਲਟਡ ਟੂਵਰਡਸ ਦੀ ਸੋਸ਼ਲਿਜ਼ਮ ਆਫ ਪੰਡਿਤ ਨਹਿਰੂ। ਉਹਨਾਂ ਨੂੰ ਲੱਗਦਾ ਸੀ ਕਿ ਜਿਹੜੇ ਨਹਿਰੂ ਹੈ ਜ਼ਿਆਦਾ ਲੌਜਿਕ ਨਾਲ ਚੱਲ ਰਹੇ ਐਂਡ
ਮਤਲਬ ਜ਼ਿਆਦਾ ਲੌਜਿਕ ਨਾਲ ਚੱਲ ਰਹੇ ਤੇ ਉਹਨਾਂ ਦਾ ਝੁਕਾਵ ਉਸ ਪਾਸੇ ਥੋੜਾ ਜ਼ਿਆਦਾ ਸੀ। ਮਤਲਬ ਇਮੋਸ਼ਨਸ ਔਰ ਲੌਜਿਕ ਦੇ ਵਿੱਚੋਂ ਉਹਨਾਂ ਨੇ ਲੌਜਿਕ ਨੂੰ ਸਿਲੈਕਟ ਕੀਤਾ। ਮੈਂ ਭਗਤ ਸਿੰਘ ਜੀ ਦੀ ਗੱਲ ਕਰ ਰਹੀ ਹਾਂ, ਔਰ ਇਹ ਵੀ ਆਰਟੀਕਲ ਬੜਾ ਹੀ ਇਹਨੇ ਮੋਟੀਵੇਟ ਕੀਤਾ ਪੰਜਾਬ ਦੇ ਲੋਕਾਂ ਨੂੰ, ਇੰਡੀਆ ਦੇ ਲੋਕਾਂ ਨੂੰ। ਐਂਡ ਦਿਸ ਆਰਟੀਕਲ ਇਹ ਬੜੀ ਚਰਚਾ 'ਚ ਰਿਹਾ। ਉਸ ਤੋਂ ਬਾਅਦ ਫਿਰ 1924 'ਚ, ਇਹ ਤੇ ਮੈਂ 1928 ਦੀ ਗੱਲ ਕੀਤੀ, 1924 'ਚ ਮਤਵਾਲਾ ਨਾਮ ਦੀ ਇੱਕ ਮੈਗਜ਼ੀਨ ਸੀ, ਕੈਲਕਟਾ ਤੋਂ ਛਪਦੀ ਸੀਗੀ ਜੀ। ਔਰ ਇਹਦੇ ਵਿੱਚ ਉਹਨਾਂ ਨੇ ਇੰਟਰਨੈਸ਼ਨਲਿਜ਼ਮ ਦੀ ਗੱਲ ਕੀਤੀ। ਨਾਓ ਇੰਟਰਨੈਸ਼ਨਲਿਜ਼ਮ ਐਂਡ ਸੋਸ਼ਲਿਜ਼ਮ ਦੇ ਆਰ ਆਲਸੋ ਰਿਲੇਟਡ। ਨਾਓ ਇੰਟਰਨੈਸ਼ਨਲਿਜ਼ਮ 'ਚ ਉਹਨਾਂ ਨੇ ਜ਼ਿਕਰ ਕੀਤਾ ਰਿਗਵੇਦ ਦਾ ਔਰ ਮਹਾ ਉਪਨਿਸ਼ਦ ਦਾ। ਉਹਦੇ ਵਿੱਚ ਜਿਹੜੀ ਫਿਲਾਸਫੀ ਨਾ ਵਾਸੁਦੇਵ ਕੁਟੁੰਬਕਮ, ਕਿ ਸਾਰਾ ਹੀ ਜਿਹੜੀ ਦੁਨੀਆ ਹੈ ਉਹ ਇੱਕ ਪਰਿਵਾਰ ਹੈ। ਉਹਨਾਂ ਨੇ ਜਿਹੜੀ ਉਹ ਫਿਲਾਸਫੀ ਸੀ ਉਹਨਾਂ ਨੂੰ ਆਪਣੇ ਸ਼ਬਦਾਂ ਦੇ ਰਾਹੀਂ ਬਹੁਤ ਹੀ ਫਰੀडम ਫਾਈਟਰਸ ਜਿਹੜੇ ਲੋਕ ਲੜ ਰਹੇ ਸੀਗੇ ਉਹਨਾਂ ਨੂੰ ਪ੍ਰੇਰਿਤ ਕੀਤਾ। ਔਰ ਉਹਨਾਂ ਨੇ ਇਸ ਆਰਟੀਕਲ 'ਚ ਦੱਸਿਆ ਕਿ ਉਸ ਜ਼ਮਾਨੇ 'ਚ ਕਿਵੇਂ ਅਮਰੀਕਾ ਔਰ ਜੈਪਨੀਜ਼ ਦੇ ਵਿੱਚ ਨਫ਼ਰਤ ਸੀ ਔਰ ਕਿੱਦਾਂ ਫਰਾਂਸ ਔਰ ਜਰਮਨੀ ਵਿੱਚ ਸੀਗੀ ਨਫ਼ਰਤ। ਇਹ ਨਫ਼ਰਤ ਉਦਾਂ ਹੀ ਸੀਗੀ ਜੋ ਅੱਜ ਇੰਡੀਆ ਔਰ ਪਾਕਿਸਤਾਨ 'ਚ ਅਸੀਂ ਦੇਖਦੇ ਹਾਂ। ਤੇ ਉਹਨਾਂ ਨੇ ਉਦੋਂ ਸੁਪਨਾ ਦੇਖਿਆ ਸੀਗਾ। ਹੁਣ ਦੇਖੋ ਬੜੀ ਵਿਡੰਬਨਾ ਦੀ ਗੱਲ, ਉਹਨਾਂ ਨੇ ਉਦੋਂ ਇਹ ਸੁਪਨਾ ਦੇਖਿਆ ਸੀ ਕਿ ਕਾਸ਼ ਅਮਰੀਕਾ ਔਰ ਜਾਪਾਨ 'ਚ ਨਫ਼ਰਤ ਖਤਮ ਹੋ ਜਾਏ, ਹਨਾ, ਔਰ ਜਰਮਨੀ ਔਰ ਫਰਾਂਸ 'ਚ ਖਤਮ ਹੋ ਜਾਏ। ਉਹਨਾਂ ਨੂੰ ਕੀ ਪਤਾ ਸੀਗਾ ਕਿ ਉਹਨਾਂ ਤੋਂ ਬਾਅਦ ਇੱਕ ਨਫ਼ਰਤ ਹੋਰ ਪੈਦਾ ਹੋ ਜਾਣਗੀ ਜਿਹੜੀ ਇੰਡੀਆ ਔਰ ਪਾਕਿਸਤਾਨ ਦੇ ਰੂਪ ਵਿੱਚ। ਤੇ ਮੈਨੂੰ ਬਹੁਤ ਹੀ ਦੁੱਖ ਹੁੰਦਾ ਹੈ, ਮਤਲਬ ਜੋ ਹੋ ਰਿਹਾ ਅੱਜ ਕੱਲ੍ਹ, ਜੋ ਉਹਨਾਂ ਨੇ ਸਾਨੂੰ ਦੱਸਿਆ, ਜੋ ਉਹਨਾਂ ਨੇ ਸੁਪਨੇ ਲਏ ਔਰ ਜੋ ਅਸੀਂ ਕਰ ਰਹੇ ਹਾਂ, ਉਹਦੇ 'ਚ ਬੜਾ ਹੀ ਗੈਪ ਹੈ। ਬਿਲਕੁਲ, ਪੂਰੀ ਦੁਨੀਆ ਇੱਕ ਫੈਮਿਲੀ ਹੈ, ਦ ਹੋਲ ਵਰਲਡ ਇਜ਼ ਵਨ ਫੈਮਿਲੀ, ਆਪਾਂ ਲੈ ਕੇ ਚੱਲਦੇ ਹਾਂ। ਔਰ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਉਹ ਨਾਸਤਿਕ ਸੀਗੇ, ਉਹ ਨਾਸਤਿਕ ਨਹੀਂ ਸੀਗੇ, ਕੁਦਰਤ ਨੂੰ ਮੰਨਦੇ ਨੇ, ਕੁਦਰਤ ਦੀ ਤਾਕਤ ਨੂੰ ਮੰਨਦੇ ਨੇ। ਉਹ ਇਸ ਪਖੰਡ ਦੇ ਖਿਲਾਫ ਨੇ ਜੋ ਧਰਮ ਦੇ ਨਾਂ ਦੇ ਉੱਤੇ ਪਖੰਡ ਚੱਲਦਾ ਹੈ। ਔਰ ਅਸੀਂ ਜੇ ਆਪਣੇ ਗੁਰੂ ਸਾਹਿਬਾਨ ਦਾ ਇਤਿਹਾਸ ਵੀ ਦੇਖੀਏ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਵੀ ਕਿਹਾ ਕਿ ਧਰਮ ਦੇ ਵਿੱਚ ਪਖੰਡ ਨਹੀਂ ਹੋਣਾ ਚਾਹੀਦਾ। ਦਸ਼ਮੇਸ਼ ਪਿਤਾ ਤੱਕ ਇਹ ਸੰਘਰਸ਼ ਚੱਲਦਾ ਰਿਹਾ ਜਦੋਂ ਸਾਡੇ ਗੁਰੂ ਸਾਹਿਬਾਨ ਨੇ ਇਸ ਪਖੰਡਵਾਦ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਕਿ ਧਰਮ ਨੂੰ ਕਦੀ ਵੀ ਅਸੀਂ ਆਪਣੇ ਫਾਇਦੇ ਵਾਸਤੇ ਇਸਤੇਮਾਲ ਨਾ ਕਰੀਏ। ਧਰਮ ਦੇ ਅੰਦਰ ਜਿਹੜੀਆਂ ਬੁਰਾਈਆਂ ਨੇ ਉਹਨਾਂ ਨੂੰ ਦੂਰ ਕਰਕੇ ਜੋ ਪਿਓਰ ਰਿਲੀਜਨ ਹੈ, ਜੋ ਪਿਓਰ ਧਰਮ ਹੈ, ਉਹ ਇਨਸਾਨਾਂ ਦੇ ਜੀਵਨ ਦੇ ਵਿੱਚ ਆਉਣਾ ਚਾਹੀਦਾ ਹੈ। ਔਰ ਸਭ ਤੋਂ ਵੱਡੀ ਗੱਲ ਉਹ ਇਹੀ ਸਿਖਾਉਂਦਾ ਹੈ ਸਾਡਾ ਸਾਰਿਆਂ ਦਾ ਧਰਮ, ਕਿ ਅਸੀਂ ਕੰਮ ਕਿੱਦਾਂ ਦੇ ਕਰਦੇ ਹਾਂ, ਸਾਡੀ ਸੋਚ ਕਿੱਦਾਂ ਦੀ ਹੈ, ਅਸੀਂ ਆਪਣੀ ਸੋਚ ਦੇ ਆਧਾਰਿਤ ਜੋ ਕੰਮ ਕਰਦੇ ਹਾਂ ਉਹ ਸਭ ਦੇ ਵਾਸਤੇ ਕਿੰਨਾ ਕੁ ਫਾਇਦਾ ਦਿੰਦੇ ਨੇ, ਜਿਹਨੂੰ ਅਸੀਂ ਕਹਿੰਦੇ ਹਾਂ ਸਰਬੱਤ ਦਾ ਭਲਾ। ਔਰ ਇਹੀ ਸੋਚ ਲੈ ਕੇ ਭਗਤ ਸਿੰਘ ਚੱਲਦੇ ਸੀ। ਔਰ ਜਿੱਥੇ ਇਹ ਸੋਚ ਨਹੀਂ ਉਹ ਉਸ ਦੇ ਖਿਲਾਫ ਹੋ ਜਾਂਦੇ ਸੀ। ਉਹਨੂੰ ਨਾਸਤਿਕ ਕਹਿ ਦਿਓ ਜਾਂ ਉਹਨੂੰ ਕਹਿ ਦਿਓ ਕਿ ਇਹ ਪਖੰਡਾਂ ਦੇ ਖਿਲਾਫ ਹੈ, ਉਹਨੂੰ ਕੋਈ ਵੀ ਸ਼ਬਦਾਵਲੀ ਦੇ ਸਕਦੇ ਹੋ, ਪਰ ਉਹ ਕੁਦਰਤ ਨੂੰ ਮੰਨਣ ਵਾਲੇ ਤੇ ਕੁਦਰਤ ਦੀ ਤਾਕਤ ਨੂੰ ਮੰਨਣ ਵਾਲੇ ਤੇ ਇਨਸਾਨੀਅਤ ਦੇ ਵਿੱਚ ਵਿਸ਼ਵਾਸ ਕਰਨ ਵਾਲਾ ਨੌਜਵਾਨ ਸੀ। ਜੀ ਮੈਮ। ਮੈਨੂੰ ਇੱਕ ਹੋਰ ਗੱਲ ਮੈਂ ਇੱਥੇ ਕੋਟ ਕਰਨਾ ਚਾਹੂੰਗੀ। ਭਗਤ ਸਿੰਘ ਦੀ ਅਸੀਂ ਕਿਉਂਕਿ ਉਹਨਾਂ ਦੇ ਵਿਚਾਰ ਡਿਸਕਸ ਕਰ ਰਹੇ ਰਿਲੀਜਨ ਦੇ ਬਾਰੇ, ਉਹਨਾਂ ਨੇ ਨਾ ਸੈਕੂਲਰਿਜ਼ਮ ਦੀ ਗੱਲ ਕੀਤੀ। ਸੈਕੂਲਰਿਜ਼ਮ ਇੱਕ ਆਈਡੀਓਲੋਜੀ ਹੈ, ਠੀਕ ਹੈ। ਹੁਣ ਇੰਡੀਅਨ ਵਰਜ਼ਨ ਜਾਂ ਗਾਂਧੀਅਨ ਵਰਜ਼ਨ ਅਸੀਂ ਕਹਿ ਲਈਏ, ਉਹ ਇਹ ਸੀਗਾ ਕਿ ਇਕੁਅਲ ਰਿਸਪੈਕਟ ਸ਼ੁੱਡ ਬੀ ਗਿਵਨ ਟੂ ਆਲ ਦ ਰਿਲੀਜਨ। ਯਾਨੀ ਕਿ ਜੇ ਈਦ ਤੇ ਛੁੱਟੀ ਹੈ ਤੇ ਤੁਸੀਂ ਗੁਰਪੁਰਬ ਤੇ ਵੀ ਛੁੱਟੀ ਕਰੋ, ਮਤਲਬ ਇਕੁਅਲ ਟ੍ਰੀਟਮੈਂਟ ਆਫ ਆਲ ਦ ਰਿਲੀਜਨ। ਇਹ ਵਰਜ਼ਨ ਇੰਡੀਅਨਸ ਲੈ ਕੇ ਚੱਲਦੇ ਸੀ। ਔਰ ਜਿਹੜੇ ਭਗਤ ਸਿੰਘ ਸੀਗੇ ਉਹ ਇਸ ਵਰਜ਼ਨ ਨੂੰ ਐਕਸੈਪਟ ਨਹੀਂ ਸੀ ਕਰਦੇ, ਉਹ ਫ੍ਰੈਂਚ ਵਰਜ਼ਨ ਵੱਲ ਟਿਲਟਡ ਸੀਗੇ। ਹੁਣ ਫ੍ਰੈਂਚ ਵਰਜ਼ਨ ਕੀ ਹੈ? ਫ੍ਰੈਂਚ ਵਰਜ਼ਨ ਇਹ ਹੈ ਕਿ ਧਰਮ ਤੇ ਪੋਲਿਟਿਕਸ ਦਾ ਆਪਸ 'ਚ ਕੋਈ ਲੈਣਾ ਦੇਣਾ ਨਹੀਂ ਹੈ। ਦੇ ਸ਼ੁੱਡ ਬੀ ਕੈਪਟ ਅਵੇ ਫਰੋਮ ਈਚ ਅਦਰ। ਦੇयर शुड बी नो, मतलब धर्म के नाम पे कुछ भी स्टेट पॉलिटिक्स के इर्द गिर्द नहीं होना चाहिए। सो ही वाज फॉर द फ्रेंच वर्जन ऑफ सेकुलरिज्म कंपेयर्ड टू द इंडियन वर्जन ऑफ सेकुलरिज्म विच वी आर प्रैक्टिसिंग टुडे। और अज तुसी देख लो साडे संविधान विच सैकुलर शब्द वड्डे वड्डे मोटे मोटे लफ्जां च लिखिया होया है, पर की असी सैकुलर हाँ? कि जो सैकुलरिज्म नूं देना चाहिए सी कि वो अज हो रहा है? आर वी बेनिफिटिंग? हैव वी बेनिफिटेड? कि ये टाइम आ गया है कि जिहड़ी भगत सिंह दी आइडियोलॉजी सी, जिस सैकुलरिज्म दी वो गल कर रहे सी, कि सानू उसनूं अपनाना चाहिए है, कि वो टाइम आ गया कि सानू उस पासे सोचना चाहिए है। ये मैनूं लगदा साडे नौजवानों नूं सोचण दी लोड़ है। बिल्कुल, जदों असीं करदे हां ना धर्म दी गल, देखो जो सैकुलरिज्म है वो साडे संविधान दा गुण है कि उस दे आधार ते संविधान दे मुताबिक किसी भी धर्म नूं, किसी भी जात नूं
ਬਰਾਬਰ ਦਾ ਹੱਕ ਮਿਲੇਗਾ, ਬਰਾਬਰ ਦੇ ਮੌਕੇ ਮਿਲਣਗੇ ਤਰੱਕੀ ਕਰਨ ਦੇ, ਬਰਾਬਰ ਦਾ ਇੱਜ਼ਤ ਮਾਨ ਮਰਿਆਦਾ ਸਭ ਕੁਝ ਬਰਾਬਰ, ਸਭ ਕੁਝ ਬਰਾਬਰ। ਪਰ ਜਦੋਂ ਅਸੀਂ ਸਮਾਜ ਤੇ ਆਉਂਦੇ ਆਪਣੇ ਭਾਰਤ ਦੇ, ਤਾਂ ਇੱਥੇ ਧਰਮ ਹੈ, ਧਰਮ ਦੇ ਮੁਤਾਬਿਕ ਸਾਨੂੰ ਚੱਲਣਾ ਹੈ। ਵੱਖ-ਵੱਖ ਧਰਮ ਹੋ ਸਕਦੇ ਨੇ, ਅਸੀਂ ਧਰਮ ਨੂੰ ਛੱਡ ਨਹੀਂ ਸਕਦੇ। ਫੋਰ ਐਗਜ਼ਾਮਪਲ, ਜਦੋਂ ਮੰਨ ਲਓ ਕਿਸੇ ਦੀ ਡੈਥ ਹੋ ਗਈ, ਤਾਂ ਉਸ ਬਾਡੀ ਦਾ ਕੀ ਕਰੀਏ? ਕਿਸੇ ਨਾ ਕਿਸੇ ਧਰਮ ਦੇ ਮੁਤਾਬਿਕ ਤੇ ਚੱਲਣਾ ਪਏਗਾ। ਜੇ ਦਫਨਾਵਾਂਗੇ ਤਾਂ ਈਸਾਈ ਧਰਮ ਹੈ, ਮੁਸਲਿਮ ਧਰਮ ਹੈ, ਜੇ ਜਲਾਵਾਂਗੇ ਤੇ ਚੱਲੇਗਾ ਜਾਂ ਹਿੰਦੂ ਧਰਮ ਹੈ ਜਾਂ ਸਿੱਖ ਧਰਮ ਹੈ। ਅਸੀਂ ਇਹ ਨਹੀਂ ਕਹਿ ਸਕਦੇ ਕਿ ਬਾਹਰ ਕੂੜੇ ਵਾਲਾ ਆਇਆ ਤੇ ਇਹ ਬਾਡੀ ਚੁੱਕ ਕੇ ਲੈ ਜਾ, ਕਿਉਂਕਿ ਇਹ ਕੂੜਾ ਹੋ ਗਈ ਹੈ। ਨਹੀਂ ਕਰ ਸਕਦੇ, ਕਿਉਂਕਿ ਸੈਕੂਲਰਿਜ਼ਮ ਦਾ ਮਤਲਬ ਜੇ ਅਸੀਂ ਇਹ ਲੈਣ ਲੱਗ ਪਈਏ ਕਿ ਧਰਮ ਨੂੰ ਬਿਲਕੁਲ ਖਤਮ ਕਰ ਦਈਏ, ਤਾਂ ਉਹ ਨਹੀਂ ਹੋ ਸਕਦਾ। ਕਿਉਂਕਿ ਅਸੀਂ ਆਪਣੇ ਕਿਸੇ ਵੀ ਪਿਆਰੇ ਦੀ ਡੈਥ ਤੋਂ ਬਾਅਦ ਉਹਦੀ ਬਾਡੀ ਦਾ ਪੂਰੀ ਆਦਰ ਸਤਿਕਾਰ ਨਾਲ ਉਹਦਾ ਸੰਸਕਾਰ ਕਰਦੇ ਹਾਂ ਜਾਂ ਦਫਨਾਉਂਦੇ ਹਾਂ, ਉਹਦੇ ਅੰਤਿਮ ਜਿਹੜੇ ਸਾਰੇ ਰਿਚੁਅਲਸ ਨੇ ਪੂਰੇ ਕਰਦੇ ਹਾਂ। ਉਹ ਹੈ ਸਾਡਾ ਧਰਮ, ਉਹ ਸਾਡੀ ਸੰਸਕ੍ਰਿਤੀ ਹੈ ਜੋ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਭਾਈਚਾਰੇ ਨਾਲ ਮਿਲ ਕੇ ਕਿਵੇਂ ਰਹਿਣਾ ਹੈ। ਪਰ ਜਦੋਂ ਅਸੀਂ ਸੈਕੂਲਰਿਜ਼ਮ ਦੀ ਗੱਲ ਕਰਦੇ ਹਾਂ, ਉਹ ਸਿਰਫ ਸਾਡੇ ਸੰਵਿਧਾਨ ਦਾ ਗੁਣ ਹੈ, ਜਿਸ ਦੇ ਆਧਾਰ ਦੇ ਉੱਤੇ ਕੋਈ ਪੱਖਪਾਤ ਨਹੀਂ, ਸਾਰੇ ਨਾਗਰਿਕ ਬਰਾਬਰ ਨੇ। ਕਿਉਂਕਿ ਸਾਡਾ ਜੋ ਪ੍ਰੀਐਂਬਲ ਹੈ ਕਨਸਟੀਟਿਊਸ਼ਨ ਦਾ, ਉਹਦੇ 'ਚ ਲਿਖਿਆ ਹੋਇਆ ਹੈ ਵੀ ਦ ਪੀਪਲ ਆਫ ਇੰਡੀਆ। ਇੱਥੇ ਸ਼ੁਰੂਆਤ ਹੁੰਦੀ ਹੈ ਕਿ ਅਸੀਂ ਸਾਰੇ ਇਕੁਅਲ ਹਾਂ। ਜੀ ਮੈਮ। ਹਾਂਜੀ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਇੱਥੇ ਉਹਨਾਂ ਨੇ ਇੱਕ ਹੋਰ ਉਹਨਾਂ ਦੇ ਫਿਲਾਸਫੀ ਹੈ, that is regarding theory of jurisprudence ਜੀ। ਐਂਡ ਜਿਹਦੇ ਵਿੱਚ theory of punishment ਦੀ ਵੀ ਉਹਨਾਂ ਨੇ ਗੱਲ ਕੀਤੀ ਤੇ reformative theory ਦੀ ਵੀ ਕੀਤੀ। ਐਕਚੁਅਲੀ ਜਦੋਂ ਖੁਦ ਜੇਲ੍ਹ 'ਚ ਰਹਿ ਰਹੇ ਸੀਗੇ, ਜਾਂ ਉਸ ਸਮੇਂ ਦਾ ਜੋ ਵੀ ਲਿਟਰੇਚਰ ਸੀਗਾ, ਜਾਂ ਉਸ ਸਮੇਂ ਦੀ ਜੋ ਵੀ ਆਈਡੀਓਲੋਜੀ ਸੀ, ਜੋ ਵੀ ਥਾਟ ਸੀਗਾ, ਜੋ ਵੀ ਵਿਚਾਰ ਸੀ ਇੰਟਰਨੈਸ਼ਨਲ ਲੈਵਲ ਤੇ, ਜੀ, ਉਹ ਇਹ ਸੀਗਾ ਕਿ ਜਦੋਂ ਕੋਈ ਵੀ ਬੰਦਾ ਗੁਨਾਹ ਕਰਦਾ ਹੈ, ਠੀਕ ਹੈ, ਤਾਂ ਉਹਨੂੰ ਅਸੀਂ ਸਜ਼ਾ ਦੇ ਦਿੰਦੇ, ਠੀਕ ਹੈ। ਇੱਥੇ ਭਗਤ ਸਿੰਘ ਕਹਿੰਦੇ ਸੀਗੇ ਕਿ ਰਿਫਾਰਮੇਟਿਵ ਪਨਿਸ਼ਮੈਂਟ ਹੋਣੀ ਚਾਹੀਦੀ, ਮਤਲਬ ਪਨਿਸ਼ਮੈਂਟ ਨਹੀਂ ਹੋਣੀ ਚਾਹੀਦੀ, ਮਤਲਬ ਜਿਹਨੂੰ ਕਹਿੰਦੇ ਨਾ ਅੱਜ ਜਿਹਨੂੰ ਜਿੱਦਾਂ ਹੁਣ ਤੁਸੀਂ ਸੁਣਿਆ ਹੋਏਗਾ ਤਿਹਾੜ ਜੇਲ੍ਹ 'ਚ ਸੁਧਾਰ ਘਰ, ਇਹ ਉਹਨਾਂ ਨੇ ਸੋਚ ਅੱਜ ਤੋਂ 115 ਸਾਲ ਪਹਿਲੇ ਉਹਨਾਂ ਨੇ ਇਹ ਗੱਲ ਕੀਤੀ। ਮਤਲਬ 115 ਸਾਲ ਹੋ ਗਏ ਉਹਨਾਂ ਦਾ ਬਰਥਡੇ ਨੂੰ, ਠੀਕ ਹੈ। ਇਹ ਸੋਚ ਉਹਨਾਂ ਨੇ 100 ਸਾਲ ਪਹਿਲੇ ਦਿੱਤੀ ਸੀਗੀ ਕਿ ਸਾਡੀ ਜਿਹੜੀ ਸੋਚ ਹੈ ਉਹ ਰਿਫਾਰਮੇਸ਼ਨ ਵੱਲ ਹੋਣੀ ਚਾਹੀਦੀ ਹੈ। ਮਤਲਬ ਜਿਹੜਾ ਅਪਰਾਧੀ ਹੈ ਉਹਨੂੰ ਅਸੀਂ, ਜਿਹੜਾ ਕੈਦੀ ਹੈ, ਅਪਰਾਧੀ ਹੈ, ਉਹਦੇ ਨਾਲ ਅਸੀਂ ਨਫ਼ਰਤ ਨਾ ਕਰੀਏ, ਬਲਕਿ ਅਸੀਂ ਇਹ ਸੋਚਣ ਦੀ ਕੋਸ਼ਿਸ਼ ਕਰੀਏ ਕਿ ਉਹਨੇ ਅਪਰਾਧ ਕਿਉਂ ਕੀਤਾ, ਕੀ ਹਾਲਾਤ ਸੀਗੇ, ਕੀ ਕਾਰਨ ਸੀਗੇ, ਕੀ ਸਮਾਜਿਕ ਕਾਰਨ ਸੀ, ਕੀ ਆਰਥਿਕ ਕਾਰਨ ਸੀ, ਕੀ ਰਾਜਨੀਤਿਕ ਕਾਰਨ ਸੀਗੇ, ਔਰ ਸਾਨੂੰ ਉਹਨੂੰ ਸੁਧਾਰਨ ਲਈ ਇੱਕ ਇਨਫਰਾਸਟ੍ਰਕਚਰ ਕ੍ਰੀਏਟ ਕਰਕੇ ਦੇਣਾ ਚਾਹੀਦਾ ਹੈ। ਔਰ ਅੱਜ ਤਿਹਾੜ ਜੇਲ੍ਹ 'ਚ ਇਹਦੀ ਕੋਸ਼ਿਸ਼ ਕੀਤੀ ਗਈ ਹੈ, ਲੇਕਿਨ ਇਹ ਭਗਤ ਸਿੰਘ ਜੀ ਨੇ 100 ਸਾਲ ਪਹਿਲੇ ਦੱਸ ਦਿੱਤਾ ਸੀ। ਬਿਲਕੁਲ ਸਹੀ ਗੱਲ ਹੈ। ਔਰ ਜੇ ਅਸੀਂ ਆਪਣਾ ਇਤਿਹਾਸ ਵੀ ਦੇਖੀਏ, ਜੇ ਅਸੀਂ ਆਪਣੀ ਸੰਸਕ੍ਰਿਤੀ ਦੇਖੀਏ ਨਾ, ਸਾਡੇ ਜਿਹੜੀਆਂ ਪਵਿੱਤਰ ਕਿਤਾਬਾਂ ਨੇ, ਸਾਡੇ ਵੇਦਾਂ ਤੋਂ ਲੈ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੱਕ, ਸਾਰੇ ਜਿਹੜੇ ਪਵਿੱਤਰ ਗ੍ਰੰਥ ਨੇ, ਉਹਨਾਂ 'ਚ ਇੱਕ ਚੀਜ਼ ਦੇ ਉੱਤੇ ਸਭ ਦੇ ਵਿੱਚ ਜ਼ੋਰ ਦਿੱਤਾ ਗਿਆ, ਸੈਲਫ ਡਿਸਿਪਲਨ, ਅਨੁਸ਼ਾਸਨ, ਮਰਿਆਦਾ। ਜਦੋਂ ਅਸੀਂ ਸਾਰੇ ਮਰਿਆਦਾ ਦੇ ਵਿੱਚ ਹਾਂ, ਆਪਣੇ ਆਪ ਨੂੰ ਮਰਿਆਦਾ ਦੇ ਵਿੱਚ ਰੱਖਦੇ ਹਾਂ, ਤਾਂ ਦੇਖੋ ਅਸੀਂ ਸਾਰੇ ਕਾਨੂੰਨਾਂ ਦੀ ਆਪਣੇ ਆਪ ਪਾਲਣਾ ਕਰਾਂਗੇ, ਅਸੀਂ ਸਾਰੇ ਸੰਵਿਧਾਨ ਦੀ ਆਪਣੇ ਆਪ ਪਾਲਣਾ ਕਰਾਂਗੇ। ਸਾਨੂੰ ਕਿਸੇ ਐਕਸਟਰਾ ਪ੍ਰੈਸ਼ਰ ਦੀ ਲੋੜ ਨਹੀਂ ਪਏਗੀ ਕਿ ਕਿੱਦਾਂ ਕੰਟਰੋਲ ਕਰਨਾ ਹੈ। ਸਟੇਟ ਨੂੰ ਐਕਸਟਰਾ ਪ੍ਰੈਸ਼ਰ ਦੀ ਲੋੜ ਨਹੀਂ ਪਏਗੀ ਕਿ ਸਿਟੀਜ਼ਨਸ ਨੂੰ ਕਿੱਦਾਂ ਕੰਟਰੋਲ ਕਰਨਾ ਹੈ, ਕਿਉਂਕਿ ਸਾਰਿਆਂ ਨੇ ਆਪਣੇ ਆਪ ਨੂੰ ਡਿਸਿਪਲਿਨ ਵਿੱਚ ਰੱਖਿਆ ਹੋਇਆ, ਸੈਲਫ ਡਿਸਿਪਲਿਨ, ਮਰਿਆਦਾ ਦੇ ਵਿੱਚ ਰੱਖਿਆ ਹੋਇਆ। ਇਹੀ ਸਾਨੂੰ ਸਾਰੇ ਪਵਿੱਤਰ ਗ੍ਰੰਥ ਸਿਖਾਉਂਦੇ ਨੇ। ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਜੋ ਸਭ ਤੋਂ ਨਵੀਨ ਸਾਡੇ ਕੋਲ ਪਵਿੱਤਰ ਗ੍ਰੰਥ ਹੈ, ਉਹ ਸਾਰੇ ਦਾ ਸਾਰਾ ਇਸੇ ਗੱਲ ਦੀ ਸਿੱਖਿਆ ਦਿੰਦਾ ਹੈ ਕਿ ਆਪਣੇ ਆਪ ਨੂੰ ਮਰਿਆਦਾ 'ਚ ਕਿਵੇਂ ਰੱਖਣਾ ਹੈ। ਜਿਵੇਂ ਕੁਦਰਤ ਆਪਣੇ ਆਪ ਨੂੰ ਮਰਿਆਦਾ 'ਚ ਰੱਖਦੀ ਹੈ, ਅਨੁਸ਼ਾਸਨ ਵਿੱਚ ਰੱਖਦੀ ਹੈ, ਤਾਂ ਇਹੀ ਕਮਿਊਨਿਜ਼ਮ ਲੈ ਲਓ ਜਾਂ ਸੋਸ਼ਲਿਜ਼ਮ ਲੈ ਲਓ, ਜੋ ਵੀ ਸੱਚੀ ਸੋਚ ਹੈ, ਸਹੀ ਸੋਚ ਹੈ, ਉਹ ਸਾਰੀ ਸੈਲਫ ਡਿਸਿਪਲਿਨ ਉੱਤੇ ਟਿਕੀ ਹੋਈ ਹੈ। ਜੀ ਮੈਮ। ਇੱਥੇ ਮੈਂ ਇੱਕ ਗੱਲ ਹੋਰ ਐਡ ਕਰਨਾ ਚਾਹੂੰਗੀ। ਜਦੋਂ ਅਸੀਂ ਭਗਤ ਸਿੰਘ ਜੀ ਦੇ ਫਿਲਾਸਫੀ ਤੇ ਨਜ਼ਰ ਮਾਰਦੇ ਹਾਂ, ਤੇ ਉਹਨਾਂ ਨੇ ਉਸ ਸਮੇਂ ਮਾਈਨੋਰਿਟੀ ਰਾਈਟਸ ਦੀ ਵੀ ਗੱਲ ਕੀਤੀ ਸੀ। ਬਹੁਤ ਜ਼ਿਆਦਾ ਉਹਨਾਂ ਨੇ ਆਪਣੀ ਇਸ ਫਿਲਾਸਫੀ ਦਾ ਜ਼ਿਕਰ ਕੀਤਾ ਸੀਗਾ, ਔਰ ਉਹਨਾਂ ਨੇ ਕਈ ਲੇਖ ਵੀ ਇਹਦੇ ਤੇ ਲਿਖੇ ਸੀਗੇ। ਉਸ ਸਮੇਂ ਉਹ ਇਹ ਪਹਿਚਾਨ ਗਏ ਸੀ, ਹਾਲਾਂਕਿ ਉਦੋਂ ਮਾਈਨੋਰਿਟੀ ਇਸ਼ੂ ਸੀਗੇ, ਪਰ ਇੰਨੇ ਪੱਧਰ ਤੇ ਨਹੀਂ ਸੀਗੇ ਜਿੰਨੇ ਅਸੀਂ ਅੱਜ ਦੇਖਣ ਨੂੰ ਮਿਲ ਰਿਹਾ ਹੈ। ਉਦੋਂ ਲੈ ਦੇ ਕੇ ਇੱਕ ਹਿੰਦੂ ਔਰ ਮੁਸਲਮਾਨਾਂ ਸੀ ਕਿਤੇ ਛੁੱਟ-ਪੁੱਟ ਪ੍ਰੋਬਲਮ ਹੋ ਜਾਂਦੀ ਸੀਗੀ, ਲੇਕਿਨ ਬਹੁਤ ਜ਼ਿਆਦਾ ਨਹੀਂ ਸੀਗੀ। ਜਦੋਂ ਉਹਨਾਂ ਨੂੰ ਫਾਂਸੀ ਹੋ ਗਈ, ਫਾਂਸੀ ਤੋਂ ਬਾਅਦ ਜਦੋਂ ਅਸੀਂ 1947 'ਚ ਪਾਰਟੀਸ਼ਨ ਹੋਇਆ, ਬੜੀ ਅਗਲੀ ਰਿਐਲਿਟੀ ਆਈ। ਲੇਕਿਨ ਉਹਨਾਂ ਨੇ ਆਪਣੇ ਲੇਖਾਂ ਵਿੱਚ, ਉਹਨਾਂ ਨੇ ਆਪਣੇ ਪੋਇਟਰੀ ਵਿੱਚ ਇਸ ਚੀਜ਼ ਦਾ ਜ਼ਿਕਰ ਕੀਤਾ ਹੈ
ਕਿ ਮਾਈਨੋਰਿਟੀਜ਼ ਨੂੰ ਵਿਸ਼ੇਸ਼ ਅਧਿਕਾਰ ਦੇਣੇ ਚਾਹੀਦੇ ਹੈ। ਜਿਹੜੇ ਜਿਹੜੇ ਘੱਟ ਗਿਣਤੀ ਦੇ ਲੋਕ ਆ ਉਹਨਾਂ ਨੂੰ ਐਕਸੈਪਟ ਕਰਨਾ ਚਾਹੀਦਾ ਹੈ। ਉਹਨਾਂ ਨੂੰ ਉਨੀ ਹੀ ਜੋ ਵੀ ਹੈ ਉਹਨਾਂ ਦਾ ਕਲਚਰ, ਜੋ ਵੀ ਉਹਨਾਂ ਦੀ ਬੋਲੀ ਹੈ, ਜੋ ਵੀ ਉਹਨਾਂ ਦਾ ਕਲਚਰ ਹੈ, ਜੋ ਵੀ ਟ੍ਰੈਡੀਸ਼ਨ ਹੈ, ਜਿਹੜਾ ਮੈਜੋਰਿਟੀ ਵਰਗ ਹੈ ਉਹ ਉਹਨੂੰ ਐਕਸੈਪਟ ਕਰੇ ਔਰ ਉਹਨੂੰ ਰਿਸਪੈਕਟ ਕਰੇ ਔਰ ਉਹਨੂੰ ਡਿਫੈਂਡ ਵੀ ਕਰੇ ਜੀ। ਇਹ ਮੈਜੋਰਿਟੀ ਵਾਲਿਆਂ ਦਾ ਰਾਈਟ ਬਣਦਾ ਹੈ, ਮੈਜੋਰਿਟੀ ਵਾਲਿਆਂ ਦੀ ਡਿਊਟੀ ਬਣਦੀ ਹੈ ਕਿ ਉਹ ਮਾਈਨੋਰਿਟੀਜ਼ ਨੂੰ ਕਿੱਦਾਂ ਪ੍ਰੋਟੈਕਟ, ਡਿਫੈਂਡ ਕਰੇ ਔਰ ਰਿਸਪੈਕਟ ਕਰੇ। ਔਰ ਇਹੀ ਜਿਹੜੀ ਮਿਲਦੀ ਜੁਲਦੀ ਜਿਹੜੀ ਇਹ ਫਿਲਾਸਫੀ ਹੈ, ਇਹ ਅੱਜ ਇੱਕ ਮਲਟੀਕਲਚਰਲਿਜ਼ਮ ਦੀ ਫਿਲਾਸਫੀ ਵੀ ਬੜੀ ਅੱਜ ਵੈਸਟਰਨ ਸੁਸਾਇਟੀ 'ਚ ਪਪੂਲਰ ਹੋਈ ਹੈ। ਇਸ ਫਿਲਾਸਫੀ 'ਚ ਵੀ ਇਹੀ ਕਿਹਾ ਗਿਆ ਹੈ। ਮਤਲਬ ਭਗਤ ਸਿੰਘ ਨੇ ਉਸ ਜ਼ਮਾਨੇ 'ਚ 100 ਸਾਲ ਪਹਿਲੇ ਉਹ ਗੱਲਾਂ ਕਹਿ ਦਿੱਤੀਆਂ ਜਿਹੜੀਆਂ ਫਿਲਾਸਫੀਜ਼ ਅੱਜ ਹੁਣ ਉੱਭਰ ਕੇ ਆ ਰਹੀਆਂ। ਜਿਹਨੂੰ ਮਤਲਬ ਮਲਟੀਕਲਚਰਲਿਜ਼ਮ, ਅਗਰ ਮੇਰੇ ਫੋਰਨ ਦੇ ਅਗਰ ਸ਼ਰੋਤਾਸ ਹੈਗੇ ਨੇ, they can understand well what I'm saying. Multiculturalism is a concept which is very popular in Canada, in America, in Australia, in England. But ਇਹ word, ਇਹ terminology ਤਾਂ ਨਹੀਂ use ਕੀਤੀ ਸੀ ਭਗਤ ਸਿੰਘ ਨੇ, but ਉਹਨਾਂ ਦਾ ਮਤਲਬ ਇਹੋ ਸੀ, ਉਹਨਾਂ ਦਾ ਕੰਟੈਂਟ ਇਹੋ ਸੀਗਾ। ਐਗਜ਼ੈਕਟਲੀ। ਅੱਛਾ, ਇੱਕ ਚੀਜ਼ ਮੈਂ ਇਹਦੇ ਉੱਤੇ ਤੁਹਾਡੇ ਕੋਲੋਂ ਜਾਣਨਾ ਚਾਹਾਂਗਾ, ਇੱਕ ਡਾਊਨ ਵਿਦ ਇੰਪੀਰੀਅਲਿਜ਼ਮ, ਇਸ ਨੂੰ ਆਪਾਂ ਐਲੈਬੋਰੇਟ ਕਰੀਏ, ਕਿਉਂਕਿ ਅੱਜ ਵੀ ਕਿਹਾ ਜਾਂਦਾ ਕਿ ਜੇ ਕਿਤੇ ਡੈਮੋਕ੍ਰੇਸੀ ਵੀ ਹੈ ਤਾਂ ਸਿਰਫ ਡੈਮੋਕ੍ਰੇਸੀ ਉੱਤੋਂ ਹੀ ਹੈ, ਅੰਦਰ ਸਾਰਾ ਇੰਪੀਰੀਅਲਿਜ਼ਮ ਹੀ ਚੱਲਦਾ। ਡੈਮੋਕ੍ਰੇਸੀ ਦਾ ਸਿਰਫ ਉਹਨੇ ਇੱਕ ਲਬਾਦਾ ਪਾਇਆ ਹੋਇਆ, ਇੱਕ ਸੂਟ ਪਾਇਆ ਹੋਇਆ, ਅੰਦਰ ਪੂਰੀ ਬਾਡੀ ਇੰਪੀਰੀਅਲਿਜ਼ਮ ਹੈ। ਸੋ ਵਾਟ ਇਜ਼ ਇੰਪੀਰੀਅਲਿਜ਼ਮ ਔਰ ਵਾਈ ਡਾਊਨ ਵਿਦ ਇੰਪੀਰੀਅਲਿਜ਼ਮ? ਯੈਸ, ਇੰਪੀਰੀਅਲਿਜ਼ਮ ਦਾ ਮਤਲਬ ਇਹ ਹੈ ਕਿ ਜਦੋਂ ਫੋਰਨ ਦੀਆਂ ਕੰਟਰੀਆਂ ਗਰੀਬ ਮੁਲਕ ਜਾਂ ਕਮਜ਼ੋਰ ਮੁਲਕ 'ਚ ਆ ਕੇ ਆਪਣੀ ਕਲੋਨੀਜ਼ ਐਸਟੈਬਲਿਸ਼ ਕਰ ਲੈਂਦੀਆਂ, ਉਹ ਹੈਗਾ ਇੰਪੀਰੀਅਲਿਜ਼ਮ, ਔਰ ਉਹ ਕੰਟਰੋਲ ਕਰਦੀਆਂ ਨੇ ਉਹਨਾਂ ਉੱਥੇ ਦੀ ਪੋਲਿਟਿਕਸ ਨੂੰ, ਉੱਥੇ ਦੀ ਇਕਨੋਮਿਕਸ ਨੂੰ ਜੀ। ਹੁਣ ਔਰ ਜਦੋਂ 20th ਸੈਂਚੁਰੀ ਇਜ਼ ਫੁੱਲ ਆਫ ਐਗਜ਼ਾਮਪਲ ਆਫ ਇੰਪੀਰੀਅਲਿਜ਼ਮ। ਲਗਭਗ ਪੂਰਾ ਗਲੋਬ, ਪੂਰਾ ਵਰਲਡ ਜਿਹੜਾ ਸੀਗਾ ਉਹ ਇੰਪੀਰੀਅਲਿਸਟ ਪਾਵਰਸ ਦੇ ਅਧੀਨ ਸੀ। ਕੁਝ ਪਾਰਟ ਵਾਸ, ਮੈਜੋਰਿਟੀ ਆਫ ਪਾਰਟ ਵਾਸ ਅੰਡਰ ਦ ਰਜੀਮ ਆਫ ਇੰਗਲੈਂਡ, ਫਰਾਂਸ, ਠੀਕ ਹੈ, ਇਹਨਾਂ ਦੇ ਰਜੀਮ ਦੇ ਅੰਡਰ ਸੀਗੇ। ਔਰ ਤੁਸੀਂ ਦੇਖੋ ਨਾ, ਅਸੀਂ ਜਿਹੜੀ ਗੁਲਾਮੀ ਕੱਟੀ ਹੈ ਉਹ ਕੀ ਹੈ, ਉਹ ਇੱਕ ਇੰਪੀਰੀਅਲਿਜ਼ਮ ਹੀ ਸੀਗਾ, ਠੀਕ ਹੈ। ਡਾਊਨ ਵਿਦ ਇੰਪੀਰੀਅਲਿਜ਼ਮ ਮਤਲਬ ਕਿ ਪੂਰੀ ਦੁਨੀਆ 'ਚ ਉਸ ਟਾਈਮ ਇਹ ਟ੍ਰੈਂਡ ਚੱਲ ਰਿਹਾ ਸੀਗਾ ਕਿ ਸੁਪਰ ਪਾਵਰ ਜਿਹੜੀ ਹੁੰਦੀ ਸੀਗੀ ਜਾਂ ਪੋਲੀਟੀਕਲ ਇੰਟਰਨੈਸ਼ਨਲ ਪੋਲੀਟੀਕਲ ਪਾਵਰ ਇਹਨੂੰ ਸਮਝਿਆ ਜਾਂਦਾ ਸੀਗਾ ਜੇਕਰ ਤੁਸੀਂ ਇੰਪੀਰੀਅਲਿਸਟਿਕ ਨੇਸ਼ਨਸ ਹੁੰਦੇ ਸੀਗੇ। ਜਿੰਨੀਆਂ ਕੰਟਰੀਜ਼ ਤੁਹਾਡੇ ਅੰਡਰ ਹੁੰਦੀਆਂ ਸੀ ਜਾਂ ਤੁਹਾਡੀ ਕਲੋਨੀਜ਼ ਹੁੰਦੀਆਂ ਸੀ, ਉਹਨਾਂ ਹੀ ਉਹ ਇੱਕ ਪਾਵਰ ਦਾ ਮਾਪਦੰਡ ਸੀਗਾ। ਤੇ ਭਗਤ ਸਿੰਘ ਨੇ ਇੱਕ ਕਾਲ ਦਿੱਤੀ ਉਸ ਸਮੇਂ 'ਚ ਕਿ ਡਾਊਨ ਵਿਦ ਦ ਇੰਪੀਰੀਅਲਿਜ਼ਮ। ਇਹ ਜਿਹੜਾ ਇੰਪੀਰੀਅਲਿਜ਼ਮ ਦੀ ਜਿਹੜੀ ਫਿਲਾਸਫੀ ਹੈ, ਆਈਡੀਓਲੋਜੀ ਹੈ, ਇਹ ਬਹੁਤ ਹੀ ਖਤਰਨਾਕ ਹੈ। ਤੁਹਾਨੂੰ ਕੋਈ ਰਾਈਟ ਨਹੀਂ ਬਣਦਾ ਕਿ ਕਿਸੇ ਕਮਜ਼ੋਰ ਵਰਗ ਤੇ ਜਾਂ ਕਮਜ਼ੋਰ ਮੁਲਕ ਤੇ ਜਾਂ ਗਰੀਬ ਮੁਲਕ ਤੇ ਤੁਸੀਂ ਕਬਜ਼ਾ ਕਰ ਲਓ ਤੇ ਉਹਦੇ ਰਿਸੋਰਸਿਸ ਦਾ ਤੁਸੀਂ ਹਨਨ ਕਰ ਲਓ ਤੇ ਉਹਦਾ ਸਾਰਾ ਇਕਨੋਮਿਕ ਸਿਸਟਮ ਉਹਦਾ ਤੁਸੀਂ ਟੇਕ ਓਵਰ ਕਰ ਲਓ ਜੀ। ਤੇ ਇਸ ਲਈ ਉਹਨਾਂ ਨੇ ਕਿਹਾ ਸੀਗਾ, ਬਾਰ-ਬਾਰ ਉਹਨਾਂ ਨੇ ਇਹ ਸੰਦੇਸ਼ ਦਿੱਤਾ, ਡਾਊਨ ਵਿਦ ਇੰਪੀਰੀਅਲਿਜ਼ਮ। ਕਿੱਦਾਂ? ਇਨਕਲਾਬ ਜ਼ਿੰਦਾਬਾਦ ਕਰਕੇ। ਇਹ ਮਤਲਬ ਇਨਕਲਾਬ ਜ਼ਿੰਦਾਬਾਦ ਕੀ ਹੈ? ਲੋਕਾਂ ਨੂੰ ਇਹਦਾ ਮਤਲਬ ਹੀ ਨਹੀਂ ਪਤਾ ਹੈ। ਵਾਟ ਇਜ਼ ਇਨਕਲਾਬ ਜ਼ਿੰਦਾਬਾਦ? ਕਿ ਕਮ, ਲੈਟਸ ਯੂਨਾਈਟ ਟੁਗੇਦਰ, ਲੈਟਸ ਰਿਵੋਲਟ ਇਨ ਅ ਪੋਜ਼ਿਟਿਵ ਵੇ। ਰਾਈਟ, ਮਤਲਬ ਇਹ ਹੈ ਕਿ ਸਮਾਜ ਹਮੇਸ਼ਾ ਸੁੱਤਾ ਰਹਿੰਦਾ ਔਰ ਸੁੱਤੇ ਹੋਏ ਸਮਾਜ ਨੂੰ, ਸਮਾਜ ਅੱਜ ਵੀ ਸੁੱਤਾ ਹੋਇਆ ਹੈ, ਉਹਨੂੰ ਜਗਾਉਣ ਦੀ ਲੋੜ ਪੈਂਦੀ ਹੈ। ਸੋ ਤਾਂ ਹੀ ਅਸੀਂ ਭਗਤ ਸਿੰਘ ਜੀ ਦੀ ਆਈਡੀਓਲੋਜੀ ਅੱਜ ਡਿਸਕਸ ਕਰ ਰਹੇ ਹਾਂ ਕਿ ਜਿੱਥੇ ਜਿੱਥੇ ਤੱਕ ਸਾਡਾ ਇਹ ਪ੍ਰੋਗਰਾਮ ਪਹੁੰਚਦਾ ਹੈ, ਉੱਥੇ ਉੱਥੇ ਤੱਕ ਲੋਕ ਭਗਤ ਸਿੰਘ ਦੀ ਆਈਡੀਓਲੋਜੀ ਨੂੰ, ਉਹਨਾਂ ਦੀ ਫਿਲਾਸਫੀ ਨੂੰ ਸਮਝ ਕੇ ਜਾਗਣ ਦੀ ਕੋਸ਼ਿਸ਼ ਕਰਨ ਕਿ ਇੱਕ 23 ਸਾਲ ਦਾ ਨੌਜਵਾਨ ਜੋ 23 ਸਾਲ ਦੀ ਉਮਰ ਦੇ ਵਿੱਚ ਸ਼ਹਾਦਤ ਪ੍ਰਾਪਤ ਕਰਦਾ, ਸ਼ਹੀਦ ਹੋ ਜਾਂਦਾ ਹੈ। 23 ਸਾਲ ਦਾ ਨੌਜਵਾਨ ਐਡੀ ਵੱਡੀ ਸੋਚ ਦਾ, ਐਡੀ ਗਹਿਰੀ ਸੋਚ ਦਾ ਮਾਲਕ ਹੈ, ਐਡੇ ਰੋਸ਼ਨ ਦਿਮਾਗ ਦਾ ਮਾਲਕ ਹੈ। ਜੇ ਉਹਦੇ ਮੁਤਾਬਿਕ ਸੋਚ ਕੇ ਸਾਰੇ ਚੱਲਣ ਤਾਂ ਦੁਨੀਆ ਦੀਆਂ ਸਾਰੀਆਂ ਮੁਸ਼ਕਿਲਾਂ ਹੱਲ ਹੋ ਸਕਦੀਆਂ ਨੇ। ਮੈਂ ਇੱਥੇ ਇੱਕ ਗੱਲ ਕਹਿਣਾ ਚਾਹੂੰਗੀ ਸਰ ਜੀ। ਤੁਹਾਡੇ ਚੈਨਲ ਦੇ ਮਾਧਿਅਮ ਤੇ ਮੈਂ ਦਰਸ਼ਕਾਂ ਨੂੰ ਇੱਕ ਰਿਕੁਐਸਟ ਕਰਨਾ ਚਾਹੁੰਦੀ ਹਾਂ, ਜੇ ਕੋਈ ਐਕੈਡਮੀਸ਼ੀਅਨਸ ਜਾਂ ਸੋਸ਼ਲ ਰਿਸਰਚਰਸ ਜਾਂ ਸਟੂਡੈਂਟਸ ਜਾਂ ਆਮ ਇਨਸਾਨ ਅਗਰ ਸੁਣ ਰਿਹਾ ਪ੍ਰੋਗਰਾਮ, ਤੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਪਲੀਜ਼ ਲਿਖਣਾ ਤੇ ਪੜ੍ਹਨਾ ਸ਼ੁਰੂ ਕਰੋ ਭਗਤ ਸਿੰਘ ਦੇ ਉੱਪਰ। ਸਾਨੂੰ ਬਹੁਤ ਲੋੜ ਹੈ ਕਿ ਭਗਤ ਸਿੰਘ ਦੇ ਲਿਟਰੇਚਰ ਨੂੰ ਅਸੀਂ ਵੱਧ ਤੋਂ ਵੱਧ ਅੱਗੇ ਲੈ ਕੇ ਆਈਏ, ਦੁਨੀਆ ਦੀ ਪਲੇਟਫਾਰਮ ਤੇ ਲੈ ਕੇ ਆਈਏ। ਔਰ ਪੰਜਾਬੀਆਂ ਦਾ ਇੱਕ ਸਾਡੀ ਡਿਊਟੀ ਬਣਦੀ ਹੈ
क्योंकि WhatsApp ਤੇ ਇੱਕ ਡੀਪੀ ਲਗਾ ਲੈਣਾ ਭਗਤ ਸਿੰਘ ਦੀ ਇਜ਼ ਨਾਟ ਅ ਟ੍ਰਿਬਿਊਟ। ਜਾਂ ਫਿਰ ਕਈ ਵਾਰੀ ਕੁਝ ਲੋਕ ਬੋਲਦੇ ਆ ਕਿ ਲੱਗਦਾ ਹੈ ਮੈਨੂੰ ਫਿਰ ਵਾਪਸ ਆਉਣਾ ਪਏਗਾ। ਉਹਨਾਂ ਨੂੰ ਵਾਪਸ ਲਿਆਉਣ ਦੀ ਲੋੜ ਨਹੀਂ ਹੈ। ਜੋ ਉਹਨਾਂ ਨੇ ਸਾਨੂੰ ਦੇਤਾ ਹੈ ਉਹਨੂੰ ਹੀ ਅਸੀਂ ਇੰਬਾਈਬ ਕਰ ਲਈਏ, ਉਹਨੂੰ ਹੀ ਅੰਡਰਸਟੈਂਡ ਕਰ ਲਈਏ ਔਰ ਉਹਨਾਂ ਦੇ ਕੰਮ ਨੂੰ ਰੀਪਰੋਡਿਊਸ ਕਰੀਏ ਔਰ ਲੋਕਾਂ ਤੱਕ ਲੈ ਕੇ ਜਾਈਏ ਉਹਨਾਂ ਦੀ ਫਿਲਾਸਫੀ, ਔਰ ਅਸੀਂ ਭਗਤ ਸਿੰਘ ਨੂੰ ਪਪੂਲਰ ਕਰੀਏ ਥਰੂ ਲਿਟਰੇਚਰ। ਬਸ ਮੈਂ ਹੀ ਕਹਿਣਾ ਚਾਹੂੰਗੀ। ਬਹੁਤ ਬਹੁਤ ਸ਼ੁਕਰੀਆ ਮੈਮ। ਔਰ ਅਸੀਂ ਵੀ ਟਾਈਮ ਦੇ ਉੱਤੇ ਭਗਤ ਸਿੰਘ ਜੀ ਦੀ ਸੋਚ ਦੇ ਉੱਤੇ ਜਿੱਥੇ ਵੀ ਸਾਨੂੰ ਲੋੜ ਮਹਿਸੂਸ ਹੁੰਦੀ ਹੈ ਅਸੀਂ ਜ਼ਰੂਰ ਕੋਈ ਨਾ ਕੋਈ ਸ਼ੋਅ ਜ਼ਰੂਰ ਕਰਨਾ ਚਾਹਾਂਗੇ ਔਰ ਤੁਸੀਂ ਵੀ ਉਹਦੇ ਵਿੱਚ ਸਾਡੇ ਨਾਲ ਜ਼ਰੂਰ ਸ਼ਾਮਿਲ ਹੋਵੋਗੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ। ਤੇ ਮੈਂ ਆਪਣੇ ਦਰਸ਼ਕਾਂ ਨਾਲ ਇੱਕ ਗੱਲ ਹੋਰ ਸਾਂਝੀ ਕਰਨਾ ਚਾਹਾਂਗਾ ਕਿ ਭਗਤ ਸਿੰਘ ਹੋਰਾਂ ਨੂੰ ਸਿਨੇਮਾ ਵੇਖਣ ਦਾ ਬਹੁਤ ਸ਼ੌਕ ਸੀ ਔਰ ਸਿਨੇਮਾ ਨੂੰ ਇੱਕ ਪੋਜ਼ਿਟਿਵ ਵੇ ਨਾਲ ਦੇਖਦੇ ਸੀ ਕਿ ਸਿਨੇਮਾ ਪੂਰੀ ਦੁਨੀਆ ਦੇ ਵਿੱਚ ਬਦਲਾਅ ਲਿਆ ਸਕਦਾ ਹੈ, ਲੋਕਾਂ ਦੀ ਸੋਚ ਨੂੰ ਬਦਲ ਸਕਦਾ ਹੈ ਤੇ ਪੂਰੀ ਦੁਨੀਆ ਨੂੰ ਇੱਕ ਪਰਿਵਾਰ ਬਣਾ ਸਕਦਾ ਹੈ ਸੋਚ ਬਦਲ ਕੇ। ਤੁਸੀਂ ਵੀ ਆਪਣੇ ਵਿਚਾਰ, ਆਪਣੀ ਸੋਚ ਸਾਡੇ ਨਾਲ ਜ਼ਰੂਰ ਸਾਂਝੀ ਕਰੋ। ਸਾਨੂੰ ਇਨਬਾਕਸ ਕਰੋ ਆਪਣੇ ਵਿਚਾਰ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਬਹੁਤ ਬਹੁਤ ਸ਼ੁਕਰੀਆ।